ਹਾਲੇਲੂਇਆ, ਪ੍ਰੀਜ਼ ਦਾ ਲਾਰਡ। ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਪਰਮੇਸ਼ਰ ਦੀ ਦਾਸੀ ਪਾਸਟਰ ਹਰਵਿੰਦਰ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਅੱਜ ਦੀ ਵਚਨ ਦੇ ਦੁਆਰਾ ਪ੍ਰਭੂ ਤੁਹਾਨੂੰ ਬਲੈਸ ਕਰੇ। ਅੱਜ ਦਾ ਵਚਨ ਤੁਹਾਡੇ ਜੀਵਨਾਂ ਨੂੰ ਚੇਂਜ ਕਰੇ। ਜਿਵੇਂ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਪਰਮੇਸ਼ਰ ਆਪਣੇ ਵਚਨ ਨੂੰ ਭੇਜ ਕੇ ਰੋਗੀਆਂ ਨੂੰ ਚੰਗਾ ਕਰਦੇ ਨੇ, ਆਪਣੇ ਲੋਕਾਂ ਨੂੰ ਆਜ਼ਾਦ ਕਰਦੇ ਨੇ। ਔਰ ਅੱਜ ਦਾ ਵਚਨ ਤੁਹਾਨੂੰ ਆਜ਼ਾਦ ਕਰੇ ਪ੍ਰਭੂ ਯਿਸੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ। ਪਰਮੇਸ਼ਰ ਦਾ ਵਚਨ ਤੁਹਾਡੇ ਜੀਵਨਾਂ ਦੇ ਅੰਦਰ 100 ਗੁਣਾ ਫਲ ਲੈ ਕੇ ਆਏ ਯਿਸੂ ਮਸੀਹ ਦੇ ਸਮਰਥੀ ਨਾਮ 'ਚ। ਆਮੀਨ। ਔਰ ਅੱਜ ਅਸੀਂ ਪਰਮੇਸ਼ਰ ਦੇ ਵਚਨ 'ਚੋਂ ਜਾਣਾਂਗੇ ਪਰਮੇਸ਼ਰ ਦੇ ਰਾਜ ਦੇ ਬਾਰੇ 'ਚ। ਪਰਮੇਸ਼ਰ ਦੇ ਰਾਜ ਦੇ ਬਾਰੇ 'ਚ ਸਿੱਖਾਂਗੇ ਅਸੀਂ ਕਿ ਪਰਮੇਸ਼ਰ ਦੇ ਰਾਜ ਦੇ ਬਾਰੇ 'ਚ ਬਾਈਬਲ ਕੀ ਕਹਿੰਦੀ ਆ। ਔਰ ਪਰਮੇਸ਼ਰ ਦੇ ਰਾਜ ਨੂੰ ਜਾਣਨ ਤੋਂ ਪਹਿਲਾਂ, ਜਿਵੇਂ ਅਸੀਂ ਸਭ ਜਾਣੇ ਮੱਤੀ 6 ਉਹਦੀ 9 ਐਦੇ ਵਿੱਚ ਜਾਣਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਲੋਕਾਂ ਨੂੰ ਇੱਕ ਪ੍ਰਾਰਥਨਾ ਸਿਖਾਈ ਸੀ। ਔਰ ਅੱਜ ਉਸ ਪ੍ਰਾਰਥਨਾ ਨੂੰ ਕਿਹਾ ਜਾਂਦਾ ਹੈ ਕਿ ਪ੍ਰਭੂ ਦੀ ਪ੍ਰਾਰਥਨਾ। ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਅਸੀਂ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਆ। ਅਸੀਂ ਉਸ ਵਚਨ ਨੂੰ ਪੜਾਂਗੇ ਮੱਤੀ 6:9 ਤੋਂ ਪੜਾਂਗੇ ਅਸੀਂ। ਲਿਖਿਆ, ਹੇ ਪਿਤਾ, ਤੂੰ ਜੋ ਸਵਰਗ ਵਿੱਚ ਹੈ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਪੂਰੀ ਹੋਵੇ, ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ ਧਰਤੀ ਤੇ ਵੀ ਹੋਵੇ। ਹਾਲੇਲੂਇਆ। ਅਸੀਂ ਇਸ ਵਚਨ ਤੋਂ ਸਿੱਖਦੇ ਹਾਂ ਕਿ ਇਸ ਵਚਨ ਦੇ ਅੰਦਰ ਇਸ ਵਚਨ ਦੇ ਵਿੱਚ ਪ੍ਰਭੂ ਜੀ ਆਪਣੇ ਲੋਕਾਂ ਨੂੰ ਇੱਥੇ ਕੀ ਦੱਸ ਰਹੇ ਨੇ, ਇੱਕ ਪ੍ਰਾਰਥਨਾ ਕਰਨੀ ਸਿਖਾ ਰਹੇ ਨੇ। ਕਹਿੰਦੇ ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ ਤਾਂ ਕਿਸ ਤਰ੍ਹਾਂ ਕਰੋ ਕਿ ਹੇ ਪਿਤਾ, ਤੂੰ ਜੋ ਸਵਰਗ ਵਿੱਚ ਹੈ, ਤੇਰਾ ਨਾਮ ਕੀ ਮੰਨਿਆ ਜਾਵੇ? ਪਵਿੱਤਰ ਮੰਨਿਆ ਜਾਵੇ। ਜਾਣੀ ਕਿ ਜਦੋਂ ਹਰ ਇੱਕ ਜਨ ਆਪਣੇ ਮੂੰਹ ਤੋਂ ਇਸ ਸਵੀਕਾਰ ਕਰੇਗਾ ਕਿ ਉਹ ਪਰਮੇਸ਼ਰ ਪਵਿੱਤਰ ਪਰਮੇਸ਼ਰ ਦਾ ਨਾਮ ਪਵਿੱਤਰ ਆ, ਤਾਂ ਉਹ ਇਨਸਾਨ ਤਦ ਹੀ ਸਵੀਕਾਰ ਕਰੇਗਾ ਜਦੋਂ ਉਹਨੂੰ ਆਪਣੇ ਅੰਦਰ ਪਾਪ ਨਜ਼ਰ ਆਏਗਾ, ਜਦੋਂ ਉਹਨੂੰ ਪਤਾ ਲੱਗੇਗਾ ਕਿ ਮੈਂ ਇੱਕ ਪਾਪੀ ਮਨੁੱਖ ਹਾਂ। ਔਰ ਪ੍ਰਭੂ ਯਿਸੂ ਮਸੀਹ ਦੇ ਕਹਿਣ ਦਾ ਮਤਲਬ ਇਹ ਆ ਕਿ ਹਰ ਜਨ ਸਵੀਕਾਰ ਕਰੇ ਕਿ ਉਹ ਪਾਪੀ ਆ, ਔਰ ਇਹ ਸਵੀਕਾਰ ਕਰੇ ਕਿ ਪਰਮੇਸ਼ਰ ਤੂੰ ਪਵਿੱਤਰ ਆ, ਤੇਰਾ ਨਾਮ ਪਵਿੱਤਰ ਆ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਪੂਰੀ ਹੋਵੇ, ਜਿਵੇਂ ਕਿ ਸਵਰਗ ਦੇ ਵਿੱਚ ਹੁੰਦੀ ਹੈ ਇਸ ਧਰਤੀ ਤੇ ਵੀ ਹੋਵੇ। ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਇਹ ਚੀਜ਼ ਸਿਖਾ ਰਹੇ ਸੀ ਕਿ ਜਦੋਂ ਤੁਸੀਂ ਇਹ ਬੋਲੋਗੇ ਕਿ ਪਰਮੇਸ਼ਰ ਤੇਰੀ ਮਰਜ਼ੀ ਪੂਰੀ ਹੋਵੇ, ਤੇਰੀ ਮਰਜ਼ੀ ਪੂਰੀ ਹੋਵੇ, ਜਿਵੇਂ ਸਵਰਗ 'ਚ ਪੂਰੀ ਹੁੰਦੀ ਹੈ ਇਸ ਧਰਤੀ ਤੇ ਵੀ ਹੋਵੇ, ਤਾਂ ਇਹਦੇ ਵਿੱਚ ਆਪਾਂ ਸੋਚ ਸਕਦੇ ਹਾਂ, ਸਮਝ ਸਕਦੇ ਹਾਂ ਕਿ ਅਗਰ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਤਾਂ ਜਦੋਂ ਪ੍ਰਭੂ ਦਾ ਰਾਜ ਆਏਗਾ, ਪ੍ਰਭੂ ਦੀ ਮਰਜ਼ੀ ਇਸ ਧਰਤੀ ਤੇ ਪੂਰੀ ਹੋਏਗੀ, ਤਾਂ ਜਦੋਂ ਪ੍ਰਭੂ ਦਾ ਰਾਜ ਆਏਗਾ ਤਾਂ ਉਦੋਂ ਪ੍ਰਭੂ ਦੇ ਲੋਕਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੋਏਗਾ। ਅਸੀਂ ਵਚਨ ਪੜਾਂਗੇ ਯਸ਼ਾਇਆ 11 ਉਹਦੀ 2 ਹੈ। ਲਿਖਿਆ, ਜਦੋਂ ਪ੍ਰਭੂ ਰਾਜ ਕਰੇਗਾ ਇਸ ਧਰਤੀ ਤੇ ਤਾਂ ਕਿਸ ਤਰ੍ਹਾਂ ਰਾਜ ਕਰੇਗਾ ਉਹ। ਲਿਖਿਆ, ਪ੍ਰਭੂ ਦਾ ਆਤਮਾ, ਯਿਸੂ ਮਸੀਹ ਬਾਰੇ ਲਿਖਿਆ ਕਿ ਪ੍ਰਭੂ ਦਾ ਆਤਮਾ ਉਸਨੂੰ ਸਮਝ ਤੇ ਗਿਆਨ ਦੇਵੇਗਾ, ਉਹ ਉਸਨੂੰ ਰਾਜ ਕਰਨ ਲਈ ਬੁੱਧੀ ਤੇ ਬਲ ਦੇਵੇਗਾ, ਉਹ ਉਸਨੂੰ ਪ੍ਰਭੂ ਦਾ ਗਿਆਨ ਤੇ ਡਰ ਦੇਵੇਗਾ। ਪ੍ਰਭੂ ਦਾ ਆਤਮਾ ਕੀ ਦੇਗਾ? ਸਮਝ ਦੇਗਾ, ਗਿਆਨ ਦੇਗਾ, ਰਾਜ ਕਰਨ ਦੇ ਲਈ। ਕਿਹਦਾ ਆਤਮਾ? ਪ੍ਰਭੂ ਦਾ ਆਤਮਾ, ਪਰਮੇਸ਼ਰ ਦਾ ਆਤਮਾ ਪ੍ਰਭੂ ਯਿਸੂ ਮਸੀਹ ਨੂੰ ਕੀ ਦੇਗਾ? ਗਿਆਨ ਦੇਗਾ, ਸਮਝ ਦੇਗਾ, ਔਰ ਬੁੱਧੀ ਦੇਗਾ, ਔਰ ਬਲ ਦੇਗਾ, ਤਾਕਤ ਦੇਗਾ ਕਿ ਉਹ ਆਪਣੇ ਲੋਕਾਂ ਦੇ ਉੱਤੇ ਕੀ ਕਰ ਸਕੇ? ਰਾਜ ਕਰ ਸਕੇ। ਉਹ ਉਸ ਨੂੰ ਪ੍ਰਭੂ ਦਾ ਗਿਆਨ ਤੇ ਡਰ ਦੇਵੇਗਾ। ਪਰਮੇਸ਼ਰ ਦਾ ਆਤਮਾ ਕੀ ਦੇਗਾ? ਗਿਆਨ ਤੇ ਡਰ। ਉਸ ਦੀ ਖੁਸ਼ੀ ਪ੍ਰਭੂ ਦਾ ਡਰ ਰੱਖਣ ਵਿੱਚ ਹੀ ਹੋਵੇਗੀ। ਉਹ ਰਾਜਾ ਨਾ ਬਾਹਰੀ ਰੂਪ ਨੂੰ ਦੇਖ ਕੇ ਅਤੇ ਨਾ ਹੀ ਕੇਵਲ ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ ਨਿਆਂ ਕਰੇਗਾ। ਮਤਲਬ ਕਿ ਉਹ ਰਾਜਾ, ਕਿਹੜਾ ਰਾਜਾ? ਪ੍ਰਭੂ ਯਿਸੂ ਮਸੀਹ,
ਜਦੋਂ ਰਾਜ ਕਰੇਗਾ ਤਾਂ ਉਹ ਸੁਣੀਆਂ ਸੁਣਾਈਆਂ ਗੱਲਾਂ ਨੂੰ ਦੇਖ ਕੇ ਜਾਂ ਫਿਰ ਬਾਹਰੀ ਰੂਪ ਨੂੰ ਦੇਖ ਕੇ ਲੋਕਾਂ ਦਾ ਨਿਆਂ ਨਹੀਂ ਕਰੇਗਾ। ਉਹ ਸੱਚਾਈ ਨੂੰ ਦੇਖ ਕੇ ਨਿਆਂ ਕਰੇਗਾ। ਸਗੋਂ ਉਹ ਗਰੀਬਾਂ ਨੂੰ ਪੂਰਾ ਸੱਚਾ ਨਿਆਂ ਦੇਵੇਗਾ ਅਤੇ ਬੇਸਹਾਰਿਆਂ ਦੀ ਕੀ ਕਰੇਗਾ? ਰੱਖਿਆ ਕਰੇਗਾ। ਉਸ ਦੇ ਹੁਕਮ ਨਾਲ ਲੋਕਾਂ ਨੂੰ ਸਜ਼ਾ ਮਿਲੇਗੀ। ਉਹ ਦੁਸ਼ਟ ਮਾਰੇ ਜਾਣਗੇ। ਉਸ ਦੇ ਸ਼ਾਸਨ ਦਾ ਆਧਾਰ ਸੱਚਾਈ ਅਤੇ ਵਿਸ਼ਵਾਸਯੋਗਤਾ ਹੋਵੇਗਾ। ਉਸ ਸਮੇਂ ਬਘਿਆੜ ਤੇ ਭੇਡ ਦੋਵੇਂ ਇਕੱਠੇ ਰਹਿਣਗੇ। ਚੀਤਾ ਅਤੇ ਬੱਕਰੀ ਦੇ ਬੱਚੇ ਕੋਲ ਸੌਣਗੇ। ਜਵਾਨ ਸ਼ੇਰ ਤੇ ਘਰੇਲੂ ਪਸ਼ੂ ਇਕੱਠੇ ਚਾਰਾ ਚਰਨਗੇ ਅਤੇ ਉਹਨਾਂ ਦੀ ਦੇਖਭਾਲ ਇੱਕ ਛੋਟਾ ਲੜਕਾ ਕਰੇਗਾ। ਗਾਂ ਤੇ ਰਿਸ਼ਨੀ ਇਕੱਠੀਆਂ ਚਰਨਗੀਆਂ ਅਤੇ ਉਹਨਾਂ ਦੇ ਬੱਚੇ ਮਿਲ ਕੇ ਖੇਲਣਗੇ। ਅਸੀਂ ਦੇਖ ਸਕਦੇ ਹਾਂ ਕਿ ਲਿਖਿਆ ਕਿ ਮਤਲਬ ਪਰਮੇਸ਼ਰ ਸਾਨੂੰ ਦੱਸ ਰਿਹਾ ਕਿ ਕੋਈ ਇੱਕ ਦੂਸਰੇ ਦਾ ਵੈਰੀ ਨਹੀਂ ਹੋਏਗਾ, ਕੋਈ ਇੱਕ ਦੂਸਰੇ ਦਾ ਦੁਸ਼ਮਣ ਨਹੀਂ ਹੋਏਗਾ। ਜੋ ਅੱਜ ਕਿਸੇ ਤੋਂ ਡਰ ਰਿਹਾ ਹੈ, ਕਿਸੇ ਤੋਂ ਭੱਜ ਰਿਹਾ, ਉਹ ਇਕੱਠੇ ਬੈਠਣਗੇ, ਇਕੱਠੇ ਸੌਣਗੇ, ਇਕੱਠੇ ਖਾਣਗੇ, ਇਕੱਠੇ ਪੀਣਗੇ, ਇਕੱਠੇ ਰਹਿਣਗੇ, ਇਕੱਠੇ ਖੇਲਣਗੇ। ਲਿਖਿਆ ਦੁੱਧ ਚੁੰਘਦਾ ਬੱਚਾ ਸੱਪ ਦੀ ਖੁੰਡ ਕੋਲ ਖੇਲੇਗਾ ਅਤੇ ਨਾਗ ਦੀ ਖੁੰਡ ਵਿੱਚ ਹੱਥ ਪਾਵੇਗਾ, ਜੋ ਉਸਦਾ ਕੋਈ ਨੁਕਸਾਨ ਨਹੀਂ ਕਰੇਗਾ। ਜਦੋਂ ਪਰਮੇਸ਼ਵਰ ਦਾ ਰਾਜ ਆਏਗਾ, ਜਿਸ ਰਾਜ ਦੀ ਗੱਲ ਪ੍ਰਭੂ ਯਿਸੂ ਮਸੀਹ ਕਰ ਰਹੇ ਆ ਕਿ ਤੁਸੀਂ ਹਰ ਰੋਜ਼ ਬੋਲੋ ਕਿ ਪ੍ਰਭੂ ਤੇਰਾ ਰਾਜ ਆਵੇ, ਤੇਰੀ ਮਰਜ਼ੀ ਪੂਰੀ ਹੋਵੇ। ਔਰ ਦੱਸਿਆ ਜਾ ਰਿਹਾ ਕਿ ਜਦੋਂ ਉਸ ਪਰਮੇਸ਼ਵਰ ਦਾ ਰਾਜ ਆਏਗਾ ਇਸ ਧਰਤੀ ਦੇ ਉੱਤੇ, ਤੇ ਉਦੋਂ ਹਰ ਤਰ੍ਹਾਂ ਦਾ ਡਰ, ਹਰ ਤਰ੍ਹਾਂ ਦਾ ਵੈਰ ਵਿਰੋਧ ਇਹ ਪਰਮੇਸ਼ਵਰ ਦੇ ਲੋਕਾਂ ਦੇ ਕੋਲ ਨਹੀਂ ਹੋਏਗਾ। ਦੇਖਿਆ ਉਸ ਸਮੇਂ ਮਤਲਬ ਕੋਈ ਡਰ ਨਹੀਂ ਹੋਵੇਗਾ, ਕੋਈ ਨੁਕਸਾਨ ਨਹੀਂ ਹੋਏਗਾ, ਕੋਈ ਇੱਕ ਦੂਸਰੇ ਦਾ ਨੁਕਸਾਨ ਨਹੀਂ ਕਰੇਗਾ। ਲਿਖਿਆ ਉਸ ਸਮੇਂ ਪਰਮੇਸ਼ਰ ਦੇ ਪਵਿੱਤਰ ਪਹਾੜ ਸਿਯੋਨ ਉੱਤੇ ਕੁਝ ਵੀ ਹਾਨੀਕਾਰਕ ਜਾਂ ਦੁਸ਼ਟਤਾ ਨਾ ਹੋਵੇਗੀ। ਧਰਤੀ ਉਸ ਸਮੇਂ ਪ੍ਰਭੂ ਦੇ ਗਿਆਨ ਨਾਲ ਉਸੇ ਤਰ੍ਹਾਂ ਭਰੀ ਹੋਵੇਗੀ ਜਿਸ ਤਰ੍ਹਾਂ ਸਾਗਰ ਪਾਣੀ ਨਾਲ ਭਰਿਆ ਹੁੰਦਾ ਹੈ। ਹਰ ਪਾਸੇ ਪ੍ਰਭੂ ਦੀ ਗੱਲ ਹੋ ਰਹੀ ਹੋਏਗੀ। ਦੁਸ਼ਟ ਦਾ ਕੋਈ ਕੰਮ ਨਹੀਂ ਹੋਏਗਾ, ਦੁਸ਼ਟ ਦੇ ਸਾਰੇ ਕੰਮ ਖਤਮ ਹੋ ਜਾਣਗੇ ਔਰ ਪਰਮੇਸ਼ਵਰ ਦੀ ਹੀ ਗੱਲ ਹਰ ਪਾਸੇ ਹੋਏਗੀ। ਹਰ ਇੱਕ ਦੇ ਅੰਦਰ ਪਰਮੇਸ਼ਵਰ ਦੇ ਨਾਲ ਚੱਲਣ ਵਾਲਾ ਮਨ ਹੋਏਗਾ। ਹਰ ਇੱਕ ਇਨਸਾਨ ਇਸ ਧਰਤੀ ਤੇ ਖੁਸ਼ੀ ਦੇ ਨਾਲ ਰਹੇਗਾ, ਖੁਸ਼ੀ ਦੇ ਨਾਲ ਵਸੇਗਾ। ਕਿਸੇ ਦੇ ਅੰਦਰ ਕੋਈ ਡਰ ਨਹੀਂ ਹੋਏਗਾ, ਕੋਈ ਖੌਫ ਨਹੀਂ ਹੋਏਗਾ ਜਿਵੇਂ ਅੱਜ ਲੋਕ ਸਹਿਮੇ ਹੋਏ ਨੇ। ਅੱਜ ਲੋਕ ਕਿਸੇ ਨੂੰ ਲੜਾਈ ਤੋਂ ਡਰ ਲੱਗ ਰਿਹਾ ਹੈ, ਕਿਸੇ ਨੂੰ ਕਿਸੇ ਚੀਜ਼ ਤੋਂ, ਕਿਸੇ ਨੂੰ ਬਿਮਾਰੀ ਤੋਂ ਡਰ ਲੱਗ ਰਿਹਾ ਹੈ, ਕਿਸੇ ਨੂੰ ਗਰੀਬੀ ਤੋਂ ਡਰ ਲੱਗ ਰਿਹਾ ਹੈ, ਕਿਸੇ ਨੂੰ ਡਰ ਹੈ ਕਿ ਮੈਂ ਗਰੀਬੀ 'ਚ ਮਰ ਨਾ ਜਾਵਾਂ, ਕਿਸੇ ਨੂੰ ਲੱਗ ਰਿਹਾ ਹੈ ਕਿ ਮੈਂ ਕਿਸੇ ਬਿਮਾਰੀ ਦੇ ਨਾਲ ਨਾ ਮਰ ਜਾਵਾਂ। ਅੱਜ ਹਰ ਪਾਸੇ ਕੀ ਆ? ਡਰ ਆ। ਕੁਝ ਲੋਕ ਜਾਨਵਰਾਂ ਤੋਂ ਡਰੀ ਜਾ ਰਹੇ ਨੇ, ਜਾਨਵਰ ਇਨਸਾਨਾਂ ਦੇ ਕੋਲੋਂ ਡਰੀ ਜਾ ਰਹੇ ਨੇ। ਔਰ ਬਾਈਬਲ ਦੱਸਦੀ ਕਿ ਜਦੋਂ ਪ੍ਰਭੂ ਦਾ ਰਾਜ ਆਏਗਾ ਤਾਂ ਉਦੋਂ ਪ੍ਰਭੂ ਦੇ ਲੋਕਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੋਏਗਾ ਕਿ ਹਰ ਪਾਸੇ ਖੁਸ਼ੀ ਹੀ ਖੁਸ਼ੀ ਹੋਏਗੀ। ਕੋਈ ਕਿਸੇ ਨੂੰ ਮਾਰੇਗਾ ਨਹੀਂ, ਕੋਈ ਕਿਸੇ ਦੇ ਨਾਲ ਲੜੇਗਾ ਨਹੀਂ, ਝਗੜੇਗਾ ਨਹੀਂ। ਹਰ ਪਾਸੇ ਖੁਸ਼ੀ ਤੇ ਆਨੰਦ ਵਾਲਾ ਮਾਹੌਲ ਹੋਏਗਾ। ਹਾਲੇਲੂਇਆ। ਲੇਕਿਨ ਅੱਜ ਅਸੀਂ ਸਭ ਤੋਂ ਮੇਨ ਪੁਆਇੰਟ ਜਿਹੜਾ ਹੈ ਕਿ ਉਸ ਰਾਜ ਦੇ ਵਿੱਚ ਕਿਹੜੇ ਲੋਕ ਪ੍ਰਵੇਸ਼ ਕਰਨਗੇ, ਕਿਹੜੇ ਲੋਕ ਉਸ ਰਾਜ ਨੂੰ ਦੇਖ ਪਾਉਣਗੇ, ਕਿਹੜੇ ਲੋਕ ਆ ਜਿਹੜੇ ਇਸ ਖੁਸ਼ੀ ਨੂੰ ਦੇਖ ਪਾਉਣਗੇ, ਇਸ ਤਰ੍ਹਾਂ ਦੇ ਮਾਹੌਲ ਨੂੰ ਦੇਖ ਪਾਉਣਗੇ। ਉਹ ਕਿਹੜੇ ਲੋਕ ਨੇ? ਪ੍ਰਭੂ ਯਿਸੂ ਮਸੀਹ ਸ਼ੁਰੂ ਤੋਂ ਹੀ ਕੀ ਨੇ? ਰਾਜਾ ਨੇ, ਰਾਜਾ। ਔਰ ਪ੍ਰਭੂ ਦੇ ਵਰਗਾ ਕੋਈ ਰਾਜਾ ਨਹੀਂ ਹੈ ਇਸ ਧਰਤੀ ਤੇ। ਪ੍ਰਭੂ ਯਿਸੂ ਵਰਗਾ ਕੋਈ ਰਾਜਾ ਨਹੀਂ ਹੈ। ਜਿਵੇਂ ਅਸੀਂ ਬਾਈਬਲ ਦੇ ਅੰਦਰੋਂ ਪੜ੍ਹਿਆ ਕਿ ਹਜ਼ਾਰਾਂ ਸਾਲਾਂ ਤੋਂ ਹੀ ਪ੍ਰਭੂ ਪਰਮੇਸ਼ਰ ਆਪਣੇ ਲੋਕਾਂ ਦੇ ਦੁਆਰਾ, ਬਹੁਤ ਸਾਰੇ ਰਾਜਿਆਂ ਦੇ ਦੁਆਰਾ ਆਪਣੇ ਲੋਕਾਂ ਦੀ ਅਗਵਾਈ ਕਰਦੇ ਆਏ ਨੇ। ਪਰਮੇਸ਼ਰ ਬਹੁਤ ਸਾਰੇ ਰਾਜੇ ਬਣਾਏ ਗਏ, ਬਹੁਤ ਸਾਰੇ ਰਾਜਿਆਂ ਨੂੰ ਆਪਣੇ ਲੋਕਾਂ ਦੀ ਅਗਵਾਈ ਦੇ ਲਈ ਪਰਮੇਸ਼ਰ ਨੇ ਖੜਾ ਕੀਤਾ। ਬਹੁਤ ਸਾਰੇ ਰਾਜੇ ਸੀ ਜਿਹੜੇ ਕੋਈ ਪਾਪ 'ਚ ਗਿਰ ਗਿਆ, ਕਿਸੇ ਨੇ ਕਿਸੇ ਤਰ੍ਹਾਂ ਦਾ ਪਾਪ ਕੀਤਾ ਪਰਮੇਸ਼ਰ ਦੇ ਵਿਰੁੱਧ, ਔਰ ਇੱਕ ਇੱਕ ਕਰਕੇ ਉਹ ਸਾਰੇ ਹੀ ਗਿਰ ਗਏ।
ਔਰ ਪਰਮੇਸ਼ਵਰ ਨੇ ਉਹਨਾਂ ਤੋਂ ਆਪਣਾ ਰਾਜ ਜਿਹੜਾ ਸੀ ਵਾਪਸ ਲੈ ਲਿਆ। ਔਰ ਪਰਮੇਸ਼ਵਰ ਨੇ, ਜਿਵੇਂ ਅਸੀਂ ਹਿਜ਼ਕੀਏਲ ਦੀ ਬੁੱਕ ਉਹਦੀ 21 ਔਰ 27 ਆਦਿ ਵਿੱਚ ਪਰਮੇਸ਼ਵਰ ਦੱਸ ਰਿਹਾ ਕਿ ਹੁਣ ਮੈਂ ਕੀ ਹੋ ਚੁੱਕਿਆ ਵਾਂ, ਮੈਂ ਦੁਖੀ ਹੋ ਚੁੱਕਿਆ ਹਾਂ, ਔਰ ਹੁਣ ਮੈਂ ਕਿਸੇ ਨੂੰ ਇਸ ਧਰਤੀ ਤੇ ਰਾਜਾ ਨਹੀਂ ਬਣਾਵਾਂਗਾ ਆਪਣੇ ਲੋਕਾਂ ਦੀ ਅਗਵਾਈ ਕਰਨ ਵਾਸਤੇ, ਤਦ ਤੱਕ ਜਦ ਤੱਕ ਉਹ ਅਸਲੀ ਰਾਜਾ ਨਹੀਂ ਆ ਜਾਂਦਾ। ਜਦੋਂ ਤੱਕ ਉਹ ਅਸਲੀ ਰਾਜਾ ਨਹੀਂ ਆਏਗਾ, ਉਦੋਂ ਤੱਕ ਇਸ ਧਰਤੀ ਤੇ ਕੋਈ ਵੀ ਰਾਜਾ ਨਹੀਂ ਬਣਾਇਆ ਜਾਏਗਾ। ਪਰਮੇਸ਼ਵਰ ਨੇ, ਆਪਾਂ ਇਸ ਵਚਨ ਨੂੰ ਵੀ ਪੜਾਂਗੇ, ਹਿਜ਼ਕੀਏਲ ਦੀ ਬੁੱਕ ਤੁਸੀਂ ਨੋਟ ਕਰ ਸਕਦੇ ਹੋ, ਬਾਅਦ ਵਿੱਚ ਪੜ ਸਕਦੇ ਹੋ। ਤਬਾਹੀ, ਹਾਂ ਮੈਂ ਸ਼ਹਿਰ ਨੂੰ ਤਬਾਹ ਕਰ ਦੇਵਾਂਗਾ, ਪਰ ਇਹ ਉਸ ਸਮੇਂ ਤੱਕ ਨਹੀਂ ਵਾਪਰੇਗਾ ਜਦੋਂ ਤੱਕ ਉਹ ਨਾ ਆ ਜਾਵੇ ਜਿਸ ਨੂੰ ਮੈਂ ਇਸ ਸ਼ਹਿਰ ਨੂੰ ਸਜ਼ਾ ਦੇਣ ਦੇ ਲਈ ਚੁਣਿਆ ਹੈ। ਫਿਰ ਮੈਂ ਇਸ ਨੂੰ ਉਸ ਦੇ ਹੱਥੀਂ ਸੌਂਪ ਦੇਵਾਂਗਾ। ਪਰਮੇਸ਼ਵਰ ਸਾਨੂੰ ਇਸ ਵਚਨ ਦੇ ਵਿੱਚ ਦੱਸਦੇ ਆ ਕਿ ਹੁਣ ਉਹ ਅਸਲੀ ਰਾਜਾ ਇਸ ਧਰਤੀ ਤੇ ਆਏਗਾ ਜੋ ਆਪਣੇ ਲੋਕਾਂ ਤੇ ਕੀ ਕਰੇਗਾ, ਰਾਜ ਕਰੇਗਾ। ਔਰ ਉਹ ਅਸਲੀ ਰਾਜਾ ਕੌਣ ਆ? ਪ੍ਰਭੂ ਯਿਸੂ ਮਸੀਹ। ਜਿਵੇਂ ਅਸੀਂ ਬਾਈਬਲ ਦੇ ਅੰਦਰ ਪੜ੍ਹਦੇ ਹਾਂ, ਵਚਨ ਦੇ ਅੰਦਰ ਲਿਖਿਆ, ਲੂਕਾ 1 ਉਹਦੀ 32 ਆਇਤ ਪੜਾਂਗੇ। ਲੂਕਾ 1:32 ਆਇਤ ਦੇ ਵਿੱਚ ਲਿਖਿਆ ਕਿ ਉਹ ਰਾਜਾ ਕੌਣ ਸੀ, ਕਿਹਦੀ ਗੱਲ ਕਰ ਰਹੇ ਸੀ ਪਰਮੇਸ਼ਵਰ? ਉਹ ਕੌਣ ਰਾਜਾ ਹੈ ਜਿਹਦੀ ਗੱਲ ਪ੍ਰਭੂ ਕਰ ਰਹੇ ਸੀ ਕਿ ਉਹ ਇੱਕ ਰਾਜਾ ਆਏਗਾ, ਅਸਲੀ ਰਾਜਾ ਆਏਗਾ ਜਿਹੜਾ ਆਪਣੇ ਲੋਕਾਂ ਤੇ ਰਾਜ ਕਰੇਗਾ। ਲਿਖਿਆ, ਦੂਤ ਮਰੀਅਮ ਦੇ ਕੋਲ ਆਇਆ। ਲਿਖਿਆ, ਦੂਤ ਨੇ, ਆਪਾਂ 30 ਆਇਤ ਤੋਂ ਪੜਾਂਗੇ, 1 ਦੀ 30 ਆਇਤ ਲੂਕਾ। ਦੂਤ ਨੇ ਮਰੀਅਮ ਨੂੰ ਕਿਹਾ, ਮਰੀਅਮ ਨਾ ਡਰ, ਕਿਉਂਕਿ ਤੇਰੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਹੈ। ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਤੂੰ ਉਸਦਾ ਨਾਮ ਯਿਸੂ ਰੱਖਣਾ। ਉਹ ਮਹਾਨ ਹੋਵੇਗਾ। ਉਹ ਕੀ ਹੋਵੇਗਾ? ਮਹਾਨ ਹੋਵੇਗਾ, ਯਾਨੀ ਕਿ ਉਹਦੇ ਵਰਗਾ ਕੋਈ ਨਹੀਂ ਹੋਵੇਗਾ। ਉਹ ਪਰਮ ਪਰਮੇਸ਼ਵਰ ਦਾ ਪੁੱਤਰ ਹੋਵੇਗਾ, ਪਰਮ ਪਰਮੇਸ਼ਵਰ ਦਾ ਪੁੱਤਰ ਅਖਵਾਵੇਗਾ। ਪ੍ਰਭੂ ਪਰਮੇਸ਼ਵਰ ਉਸਦੇ ਪੁਰਖੇ ਦਾਊਦ ਦੀ ਰਾਜ ਗੱਦੀ ਉਸ ਨੂੰ ਦੇਵੇਗਾ। ਪਰਮੇਸ਼ਵਰ ਨੇ ਦੱਸਿਆ ਕਿ ਜੋ ਤੂੰ ਇੱਕ ਬੇਟੇ ਨੂੰ ਕੀ ਦੇਂਗੀ, ਜਨਮ ਦੇਂਗੀ, ਇੱਕ ਪੁੱਤਰ ਨੂੰ ਜਨਮ ਦੇਂਗੀ। ਉਹ ਪਰਮੇਸ਼ਵਰ ਦਾ ਪੁੱਤਰ ਅਖਵਾਏਗਾ ਔਰ ਦਾਊਦ ਦੀ ਰਾਜ ਗੱਦੀ ਮੈਂ ਉਸਨੂੰ ਦੇਵਾਂਗਾ, ਯਾਨੀ ਕਿ ਮੈਂ ਉਹਨੂੰ ਰਾਜਾ ਕਹਿੰਦਾ ਹਾਂ। ਮੈਂ ਉਹ ਰਾਜ ਕਰੇਗਾ ਆਪਣੇ ਲੋਕਾਂ ਦੇ ਉੱਤੇ। ਔਰ ਜਿਵੇਂ ਆਪਾਂ ਦੇਖਿਆ ਕਿ ਯਿਸੂ ਮਸੀਹ ਜਦੋਂ ਇਸ ਧਰਤੀ ਤੇ ਆਏ, ਉਹਨਾਂ ਨੂੰ ਉਸ ਸਲੀਬ ਦੇ ਉੱਪਰ ਦੇ ਦਿੱਤਾ ਗਿਆ ਔਰ ਉਸ ਸਲੀਬ ਦੇ ਉੱਪਰ ਲਿਖਿਆ ਸੀ, ਉਸ ਲੱਕੜੀ ਦੇ ਉੱਪਰ ਲਿਖਿਆ ਸੀ ਕਿ ਇਹ ਯਹੂਦੀਆਂ ਦਾ ਕੀ ਹੈ, ਰਾਜਾ ਹੈ। ਔਰ ਜਦੋਂ ਯਿਸੂ ਮਸੀਹ ਨੂੰ ਪਿਲਾਤੁਸ ਦੇ ਸਾਹਮਣੇ ਲੈ ਕੇ ਗਏ ਸੀ, ਔਰ ਅਸੀਂ ਯਹੋਨਾ 18 ਉਹਦੀ 37 ਆਇਤ ਦੇ ਵਿੱਚ ਅਸੀਂ ਨੋਟ ਕਰਾਂਗੇ, ਪੜਾਂਗੇ ਨਹੀਂ, ਉਹਦੇ ਵਿੱਚ ਲਿਖਿਆ, ਪਿਲਾਤੁਸ ਉਹਨੂੰ ਕਹਿੰਦਾ, ਯਿਸੂ ਮਸੀਹ ਨੂੰ ਕਹਿੰਦਾ ਕਿ ਤੂੰ ਰਾਜਾ ਹੈ? ਯਿਸੂ ਮਸੀਹ ਕਹਿੰਦੇ, ਹਾਂ ਜੇ ਤੂੰ ਕਹਿੰਦਾ ਹੈ ਤੇ ਫਿਰ ਮੈਂ ਰਾਜਾ ਹੀ ਹਾਂ। ਅਸੀਂ ਦੇਖਿਆ ਕਿ ਜਦੋਂ ਯਿਸੂ ਮਸੀਹ ਨੂੰ ਸਲੀਬ ਦੇ ਉੱਤੇ ਦੇ ਦਿੱਤਾ ਸੀ ਤਾਂ ਬਹੁਤ ਸਾਰੇ ਲੋਕ, ਜਿਵੇਂ ਰੋਮੀ ਸੈਨਾ, ਬਹੁਤ ਸਾਰੇ ਲੋਕ ਉੱਥੇ ਯਿਸੂ ਮਸੀਹ ਨੂੰ ਕੀ ਕਰ ਰਹੇ ਸੀ, ਮਜ਼ਾਕ ਕਰ ਰਹੇ ਸੀ, ਕਹਿ ਰਹੇ ਸੀ ਕਿ ਤੂੰ ਰਾਜਾ ਵਾਂ, ਤੂੰ ਕੀ ਆ, ਅਸਲੀ ਰਾਜਾ ਹੈ। ਮਤਲਬ ਕਿ ਮਜ਼ਾਕ ਉਡਾ ਰਹੇ ਸੀ। ਬੇਸ਼ੱਕ ਉਹ ਮਜ਼ਾਕ ਉਡਾ ਰਹੇ ਸੀ, ਬੇਸ਼ੱਕ ਉਹ ਮਜ਼ਾਕ ਦੇ ਵਿੱਚ ਇਹ ਚੀਜ਼ ਬੋਲ ਰਹੇ ਸੀ, ਲੇਕਿਨ ਬਾਈਬਲ ਦੱਸ ਰਹੀ ਆ ਕਿ ਯਿਸੂ ਮਸੀਹ ਸੱਚਮੁੱਚ ਰਾਜਾ ਹੈ ਔਰ ਉਸ ਰਾਜੇ ਦੇ ਵਰਗਾ ਕੋਈ ਵੀ ਰਾਜਾ ਨਹੀਂ ਹੋ ਸਕਦਾ। ਪ੍ਰਭੂ ਯਿਸੂ ਮਸੀਹ ਮੱਤੀ 6 ਉਹਦੀ 9 ਆਇਤ ਦੇ ਵਿੱਚ ਜਿਸ ਰਾਜ ਦੀ ਗੱਲ ਕਰ ਰਹੇ ਨੇ, ਜਿਸ ਰਾਜ ਦੇ ਬਾਰੇ ਗੱਲ ਕਰ ਰਹੇ ਨੇ, ਆਪਾਂ ਉਹਦੇ ਬਾਰੇ ਪੜ੍ਹਿਆ ਕਿ ਜਦੋਂ ਰਾਜਾ ਇਸ ਧਰਤੀ ਤੇ ਰਾਜ ਕਰੇਗਾ, ਉਹ ਕਿਸ ਤਰ੍ਹਾਂ ਕਰੇਗਾ? ਉਹ ਪਰਮੇਸ਼ਵਰ ਦੀ ਆਤਮਾ ਦੀ ਅਗਵਾਈ ਦੇ ਦੁਆਰਾ ਕਰੇਗਾ। ਉਹ ਰਾਜਾ ਜਦੋਂ ਅਗਵਾਈ ਕਰੇਗਾ ਆਪਣੇ ਲੋਕਾਂ ਦੀ, ਤਾਂ ਉਹ ਕਿਸ ਤਰ੍ਹਾਂ ਕਰੇਗਾ? ਸੱਚਾਈ ਦੇ ਨਾਲ ਕਰੇਗਾ। ਉਹ ਕਿਸੇ ਦਾ ਮੂੰਹ ਦੇਖ ਕੇ ਨਿਆਂ ਨਹੀਂ ਕਰੇਗਾ। ਉਹ ਕਿਸੇ ਦੇ ਕੋਲੋਂ ਰਿਸ਼ਵਤ ਨਹੀਂ ਲਏਗਾ। ਉਹ ਹਰ ਇੱਕ ਦੇ ਕੰਮ ਦੇ ਆਧਾਰ ਦੇ ਨਾਲ, ਕੰਮ ਦੇ ਮੁਤਾਬਕ ਹੀ ਕਿਸੇ ਦਾ ਨਿਆਂ ਕਰੇਗਾ। ਔਰ ਉਹ ਰਾਜਾ, ਉਸ ਰਾਜੇ ਵਰਗਾ ਕੋਈ ਨਹੀਂ ਆ।
ਅਸੀਂ ਉਸ ਰਾਜੇ ਦੇ ਰਾਜ ਦੇ ਵਿੱਚ ਪ੍ਰਵੇਸ਼ ਕਰ ਸਕੀਏ। ਪ੍ਰਭੂ ਨੇ ਸਾਨੂੰ ਇਸੇ ਲਈ ਚੁਣਿਆ ਹੈ। ਅੱਜ ਪ੍ਰਭੂ ਦੀ ਕੋਸ਼ਿਸ਼ ਹੈ ਕਿ ਪ੍ਰਭੂ ਦੇ ਲੋਕ ਦੁੱਖਾਂ ਨੂੰ ਸਹਿ ਕੇ, ਆਪਣੇ ਹਾਲਾਤਾਂ ਤੋਂ ਬਾਹਰ ਆ ਕੇ ਉਸ ਰਾਜ ਦੇ ਵਿੱਚ ਪ੍ਰਵੇਸ਼ ਕਰ ਜਾਣ। ਉਹ ਅਸਲੀ ਰਾਜਾ ਜਦੋਂ ਸਾਡੀ ਅਗਵਾਈ ਕਰੇਗਾ, ਤਾਂ ਅਸੀਂ ਪੜ੍ਹਿਆ ਯਸ਼ਾਇਆ 11:2 ਦੇ ਵਿੱਚ ਕਿ ਉਦੋਂ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਹੋਏਗੀ, ਕਿਸੇ ਤਰ੍ਹਾਂ ਦਾ ਦੁੱਖ ਨਹੀਂ ਹੋਏਗਾ, ਕਿਸੇ ਤਰ੍ਹਾਂ ਦਾ ਸਾਡੇ ਉੱਤੇ ਸਤਾਅ ਨਹੀਂ ਹੋਏਗਾ, ਕੋਈ ਪ੍ਰੋਬਲਮ ਸਾਡੇ ਉੱਤੇ ਨਹੀਂ ਆਏਗੀ ਜਦੋਂ ਅਸੀਂ ਉਸ ਰਾਜੇ ਦੇ ਰਾਜ ਦੇ ਵਿੱਚ ਪ੍ਰਵੇਸ਼ ਕਰ ਗਏ। ਹਾਲੇਲੂਇਆ। ਔਰ ਅਸੀਂ ਕਿੱਦਾਂ ਪ੍ਰਵੇਸ਼ ਕਰਾਂਗੇ? ਅਸੀਂ ਕਿੱਦਾਂ ਜਾ ਸਕਦੇ ਹਾਂ? ਔਰ ਜਿਵੇਂ ਅਸੀਂ ਤਮੋਥੀਉਸ 2:12 ਪੜਾਂਗੇ, ਤਮੋਥੀਉਸ 2:12 ਦੇ ਵਿੱਚ ਲਿਖਿਆ, ਜੇਕਰ ਅਸੀਂ ਅਟਲ ਰਹੇ ਤਾਂ ਅਸੀਂ ਉਸ ਦੇ ਨਾਲ ਰਾਜ ਵੀ ਕਰਾਂਗੇ, ਜੇਕਰ ਅਸੀਂ ਰੱਦੇ ਹਾਂ ਤਾਂ ਉਹ ਵੀ ਸਾਨੂੰ ਰੱਦੇਗਾ। ਲਿਖਿਆ ਕਿ ਜੇਕਰ ਅਸੀਂ ਅਟਲ ਰਹੇ, ਯਾਨੀ ਕਿ ਅਸੀਂ ਪ੍ਰਭੂ ਦੇ ਵਿੱਚ ਖੜੇ ਰਹੇ, ਮਸੀਹ ਦੇ ਵਿੱਚ ਖੜੇ ਰਹੇ, ਦੁੱਖ ਆਏ, ਹਾਲਾਤ ਆਏ, ਪਰੇਸ਼ਾਨੀਆਂ ਆਈਆਂ, ਲੇਕਿਨ ਅਸੀਂ ਖੜੇ ਹਾਂ। ਅਸੀਂ ਕਹਿੰਦੇ ਹਾਂ ਕਿ ਸਾਡਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਸਾਡਾ ਉद्धार ਕਰਤਾ ਹੈ, ਅਸੀਂ ਉਹਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਵਾਂਗੇ। ਸਿਰਫ ਉਹੀ ਪਰਮੇਸ਼ਰ, ਅਸੀਂ ਉਹਨੂੰ ਹੀ ਪਰਮੇਸ਼ਰ ਮੰਨਾਂਗੇ, ਭਾਵੇਂ ਸਾਡੇ ਤੇ ਕੈਸੇ ਵੀ ਹਾਲਾਤ ਕਿਉਂ ਨਾ, ਦੁੱਖ, ਬਿਮਾਰੀ, ਹਾਲਾਤ ਕੁਝ ਵੀ ਕਿਉਂ ਨਾ ਹੋਵੇ। ਅਗਰ ਅਸੀਂ ਅਟਲ ਰਹੇ, ਅਗਰ ਅਸੀਂ ਖੜੇ ਰਹੇ, ਤਾਂ ਬਾਈਬਲ ਕਹਿੰਦੀ ਜੇ ਤੁਸੀਂ ਖੜੇ ਰਹੋਗੇ, ਉਹਨੂੰ ਰੱਦਦੇ ਨਹੀਂ ਹੋ, ਉਹਨੂੰ ਤਿਆਗਦੇ ਨਹੀਂ ਹੋ, ਉਹਦਾ ਇਨਕਾਰ ਨਹੀਂ ਕਰਦੇ ਹੋ, ਤਾਂ ਫਿਰ ਉਹ ਪਰਮੇਸ਼ਰ ਕਹਿੰਦਾ ਮੈਂ ਵੀ ਤੁਹਾਨੂੰ ਨਹੀਂ ਤਿਆਗਾਂਗਾ, ਮੈਂ ਵੀ ਤੁਹਾਨੂੰ ਨਹੀਂ ਛੱਡਾਂਗਾ, ਮੈਂ ਵੀ ਤੁਹਾਡਾ ਇਨਕਾਰ ਨਹੀਂ ਕਰਾਂਗਾ। ਜਦੋਂ ਮੈਂ ਰਾਜ ਕਰਾਂਗਾ ਤਾਂ ਤੁਸੀਂ ਮੇਰੇ ਰਾਜ ਦੇ ਅਧਿਕਾਰੀ ਹੋਵੋਗੇ ਯਿਸੂ ਮਸੀਹ ਦੇ ਨਾਮ 'ਚ। ਹਾਲੇਲੂਇਆ। ਔਰ ਅਸੀਂ ਇੱਕ ਵਚਨ ਪੜਾਂਗੇ ਮੱਤੀ। ਅਸੀਂ ਕਿੱਦਾਂ ਉਸ ਰਾਜ ਦੇ ਵਿੱਚ ਪ੍ਰਵੇਸ਼ ਕਰ ਸਕਦੇ ਹਾਂ? ਸਾਨੂੰ ਕੀ ਕਰਨ ਦੀ ਜ਼ਰੂਰਤ ਹੈ? ਕਿੱਦਾਂ ਅਸੀਂ ਜਦੋਂ ਪ੍ਰਭੂ ਯਿਸੂ ਮਸੀਹ ਆਪਣੇ ਰਾਜ 'ਚ ਆਉਣ, ਜਦੋਂ ਅਸਲੀ ਰਾਜਾ ਰਾਜ ਕਰੇ, ਤਾਂ ਅਸੀਂ ਕਿੱਦਾਂ ਉਹਦੇ ਨਾਲ ਚੱਲ ਸਕਦੇ ਹਾਂ? ਕਿੱਦਾਂ ਅਸੀਂ ਖੜੇ ਰਹਿ ਸਕਦੇ ਹਾਂ? ਸਾਨੂੰ ਕੀ ਕਰਨ ਦੀ ਜ਼ਰੂਰਤ ਹੈ ਅੱਜ ਕਿ ਅਸੀਂ ਉਸ ਰਾਜ ਦੇ ਵਿੱਚ ਪ੍ਰਵੇਸ਼ ਕਰ ਸਕੀਏ? ਮੱਤੀ 25 ਉਹਦੀ 34 ਤੋਂ ਪੜਾਂਗੇ ਅਸੀਂ। ਲਿਖਿਆ, ਫਿਰ ਰਾਜਾ ਆਪਣੇ ਸੱਜੇ ਪਾਸੇ ਵਾਲਿਆਂ ਨੂੰ ਕਹੇਗਾ, ਮੇਰੇ ਪਿਤਾ ਦੇ ਧਨ ਲੋਕੋ, ਆਓ ਉਸ ਰਾਜ ਨੂੰ ਲਵੋ ਜੋ ਤੁਹਾਡੇ ਲਈ ਸੰਸਾਰ ਦੇ ਸ਼ੁਰੂ ਤੋਂ ਹੀ ਤਿਆਰ ਕੀਤਾ ਗਿਆ ਹੈ। ਲਿਖਿਆ, ਅਗਰ ਤੁਸੀਂ ਅਟਲ ਰਹੇ, ਅਗਰ ਤੁਸੀਂ ਖੜੇ ਰਹੇ, ਦੁੱਖਾਂ 'ਚ, ਪਰੇਸ਼ਾਨੀਆਂ 'ਚ, ਹਾਲਾਤਾਂ ਦੇ ਵਿੱਚ ਵੀ ਤੁਸੀਂ ਖੜੇ ਰਹੇ, ਪ੍ਰਭੂ ਦੇ ਪਿੱਛੇ ਚੱਲਣ ਵਾਲੇ ਰਹੋਗੇ, ਤੁਸੀਂ ਉਹਦੇ ਨਾਲ ਚੱਲਦੇ ਰਹੋਗੇ, ਤਾਂ ਕਹਿੰਦੇ ਇੱਕ ਦਿਨ ਇਸ ਤਰ੍ਹਾਂ ਆਏਗਾ ਜਦੋਂ ਪ੍ਰਭੂ ਯਿਸੂ ਮਸੀਹ, ਜਦੋਂ ਰਾਜਾ ਆਪਣੇ ਸੱਜੇ ਪਾਸੇ ਵਾਲਿਆਂ ਨੂੰ ਕਹੇਗਾ, ਜਦੋਂ ਪ੍ਰਭੂ ਯਿਸੂ ਮਸੀਹ ਸਾਨੂੰ ਕਹੇਗਾ ਕਿ ਆਓ ਮੇਰੇ ਪਿਤਾ ਦੇ ਧਨ ਲੋਕੋ, ਆਓ ਉਸ ਰਾਜ ਨੂੰ ਲੈ ਲਵੋ ਜੋ ਤੁਹਾਡੇ ਲਈ ਸੰਸਾਰ ਦੇ ਸ਼ੁਰੂ ਤੋਂ ਹੀ ਕੀ ਕੀਤਾ ਗਿਆ ਸੀ? ਤਿਆਰ ਕੀਤਾ ਗਿਆ ਸੀ। ਕਦੋਂ? ਜਦੋਂ ਅਸੀਂ ਅਟਲ ਰਵਾਂਗੇ, ਜਦੋਂ ਅਸੀਂ ਪ੍ਰਭੂ ਦੇ ਨਾਲ ਖੜੇ ਰਵਾਂਗੇ, ਅਸੀਂ ਬਿਮਾਰੀ 'ਚ ਖੜੇ ਰਵਾਂਗੇ, ਅਸੀਂ ਦੁੱਖਾਂ 'ਚ ਖੜੇ ਰਵਾਂਗੇ, ਗਰੀਬੀ 'ਚ ਖੜੇ ਰਵਾਂਗੇ, ਤਾਂ ਅਸੀਂ ਇੱਕ ਦਿਨ ਉਸ ਰਾਜ ਦੇ ਵਿੱਚ, ਪ੍ਰਭੂ ਯਿਸੂ ਮਸੀਹ ਦੇ ਰਾਜ ਦੇ ਅਧਿਕਾਰੀ ਬਣ ਜਾਵਾਂਗੇ, ਜਿਸ ਰਾਜ ਦੇ ਵਿੱਚ ਨਾ ਕੋਈ ਦੁੱਖ, ਨਾ ਤਕਲੀਫ, ਨਾ ਪਰੇਸ਼ਾਨੀ, ਨਾ ਵੈਰ ਵਿਰੋਧ, ਨਾ ਕੋਈ ਸਾਡਾ ਦੁਸ਼ਮਣ ਹੋਏਗਾ। ਬਾਈਬਲ ਦੱਸਦੀ ਆ ਕਿ ਅਸੀਂ ਬੜੀ ਖੁਸ਼ੀ ਦੇ ਨਾਲ, ਆਨੰਦ ਦੇ ਨਾਲ ਆਪਣੇ ਉद्धारकर्ता ਪ੍ਰਭੂ ਯਿਸੂ ਮਸੀਹ ਦੇ ਨਾਲ ਉਸ ਰਾਜ ਦੇ ਅਧਿਕਾਰੀ ਬਣ ਕੇ ਰਵਾਂਗੇ, ਔਰ ਉਹ ਸਾਡੇ ਉੱਤੇ ਕੀ ਕਰੇਗਾ? ਰਾਜ ਕਰੇਗਾ। ਹਾਲੇਲੂਇਆ। ਔਰ ਇਹ ਸਭ ਕੁਝ ਕਿੱਦਾਂ ਹੋਏਗਾ? ਕਿੱਦਾਂ? ਜਦੋਂ ਅਸੀਂ ਕੀ ਕਰਾਂਗੇ? ਖੜੇ ਰਵਾਂਗੇ, ਔਰ ਜਦੋਂ ਜੋ ਸਾਨੂੰ ਪ੍ਰਭੂ ਨੇ ਕਿਹਾ ਉਹ ਅਸੀਂ ਕਰਾਂਗੇ। ਤਾਂ ਅੱਜ ਅਸੀਂ ਆਪਣੇ ਆਪ ਨੂੰ ਚੈੱਕ ਕਰਾਂਗੇ। ਅਗਰ ਅੱਜ ਅਸੀਂ ਉਸ ਤਰ੍ਹਾਂ ਚੱਲ ਰਹੇ ਹਾਂ ਜਿਸ ਤਰ੍ਹਾਂ ਸਾਨੂੰ ਨਹੀਂ ਚੱਲਣਾ ਚਾਹੀਦਾ, ਜਿਸ ਤਰ੍ਹਾਂ ਪ੍ਰਭੂ ਕਹਿ ਰਹੇ ਆ ਸਾਨੂੰ ਉਸ ਤਰ੍ਹਾਂ ਚੱਲਣਾ ਚਾਹੀਦਾ, ਅਗਰ ਅਸੀਂ ਨਹੀਂ ਚੱਲਦੇ ਤਾਂ ਅਸੀਂ ਬਹੁਤ ਇੱਕ ਵੱਡੀ ਬਲੈਸਿੰਗ ਨੂੰ, ਜਾਨੀ ਕਿ ਅਸੀਂ ਅੱਜ ਪ੍ਰਚਾਰ ਕਰਦੇ ਹਾਂ ਪਰਮੇਸ਼ਰ ਦੇ ਰਾਜ ਨੂੰ ਫੈਲਾਉਣ ਦੇ ਲਈ ਅਸੀਂ ਖੜੇ ਹੋਏ ਹਾਂ ਕਿ ਪ੍ਰਭੂ ਦਾ ਰਾਜ ਆਏ। ਔਰ ਸੋਚੋ, ਅਗਰ ਅਸੀਂ ਖੁਦ ਹੀ ਉਸ ਰਾਜ ਤੋਂ ਬਾਹਰ ਰਹਿ ਗਏ, ਅਸੀਂ ਖੁਦ ਹੀ ਉਹਦੇ 'ਚ ਪ੍ਰਵੇਸ਼ ਨਾ ਕਰ ਪਾਏ,
तो की फायदा है। और अज सानू चेक करन दी लोड़ आ, तौबा करन दी लोड़ आ, ਤਾਂ ਕਿ ਅਸੀਂ ਉਸ ਰਾਜ ਦੇ ਵਿੱਚ ਪ੍ਰਵੇਸ਼ ਕਰ ਸਕੀਏ ਔਰ ਅਸੀਂ ਉਸ ਮਹਾਨ ਰਾਜਾ, ਜਿਵੇਂ ਮਰੀਅਮ ਨੂੰ ਦੂਤ ਕਹਿੰਦਾ ਸੀ ਕਿ ਉਹ ਮਹਾਨ ਆ, ਉਹ ਪਰਮੇਸ਼ਰ ਦਾ ਪੁੱਤਰ ਕਹਿਲਾਏਗਾ, ਉਹ ਮਹਾਨ ਹੋਏਗਾ। ਔਰ ਸਭ ਤੋਂ ਵੱਡੀ ਗੱਲ, ਉਹ ਰਾਜਾ ਜੋ ਸਾਡੇ ਉੱਤੇ ਰਾਜ ਕਰੇਗਾ, ਉਸ ਤੋਂ ਬਾਅਦ ਕੋਈ ਦੂਸਰਾ ਰਾਜਾ ਨਹੀਂ ਹੋਏਗਾ। ਉਹ ਰਾਜਾ ਕਦੀ ਨਹੀਂ ਮਰੇਗਾ, ਕਿਉਂਕਿ ਉਹ ਮਰ ਕੇ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਔਰ ਸਦਾ ਜੀਵਤ ਰਹੇਗਾ। ਉਸ ਤੋਂ ਬਾਅਦ ਕੋਈ ਰਾਜਾ ਨਹੀਂ ਆਏਗਾ। ਉਹ ਸਦਾ ਜੀਵਤ ਰਹਿਣ ਵਾਲਾ ਰਾਜਾ ਜਦੋਂ ਸਾਡੇ ਉੱਪਰ ਰਾਜ ਕਰੇਗਾ, ਸਾਡਾ ਜੀਵਨ ਕਿਸ ਤਰ੍ਹਾਂ ਦਾ ਹੋਏਗਾ, ਅਸੀਂ ਸਾਰੇ ਜਾਣੇ ਇਸ ਵਚਨ ਤੋਂ ਬਾਅਦ ਫਿਰ ਤੋਂ ਇੱਕ ਵਾਰੀ ਯਸ਼ਾਇਆ 11 ਉਹਦੀ 2 ਆਇਤ ਪੜਾਂਗੇ। ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਸ ਜੀਵਨ ਦੇ ਵਿੱਚ ਪ੍ਰਵੇਸ਼ ਕਰ ਸਕੀਏ, ਉਸ ਰਾਜੇ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰ ਸਕੀਏ, ਯਸ਼ਾਇਆ 11 ਉਹਦੀ 2 ਆਇਤ, ਤਾਂ ਸਾਨੂੰ ਅੱਜ ਤੋਂ ਹੀ ਆਪਣੇ ਉਹਨਾਂ ਕੰਮਾਂ ਤੋਂ ਤੋਬਾ ਕਰਨ ਦੀ ਜ਼ਰੂਰਤ ਆ ਜੋ ਪ੍ਰਭੂ ਨੂੰ ਪਸੰਦ ਨਹੀਂ ਆ। ਲਿਖਿਆ ਪ੍ਰਭੂ ਯਿਸੂ ਮਸੀਹ ਐਸੇ ਆਦੇ ਵਿੱਚ ਦੱਸਦੇ, ਕਹਿੰਦੇ ਮੈਂ ਭੁੱਖਾ ਸਾਂ ਤੁਸੀਂ ਭੋਜਨ ਦਿੱਤਾ, ਮੈਂ ਧਿਆਇਆ ਸਾਂ ਤੁਸੀਂ ਮੈਨੂੰ ਪਾਣੀ ਪਿਲਾਇਆ, ਮੈਂ ਪਰਦੇਸੀ ਸਾਂ ਤੁਸੀਂ ਮੇਰਾ ਆਪਣੇ ਘਰ ਵਿੱਚ ਸਵਾਗਤ ਕੀਤਾ, ਮੈਂ ਨੰਗਾ ਸਾਂ ਤੁਸੀਂ ਮੈਨੂੰ ਕੱਪੜਾ ਦਿੱਤਾ, ਮੈਂ ਬਿਮਾਰ ਸਾਂ ਤੁਸੀਂ ਮੇਰੀ ਖਬਰ ਲਈ, ਅਤੇ ਮੈਂ ਕੈਦ ਵਿੱਚ ਸਾਂ ਤੁਸੀਂ ਮੇਰੇ ਕੋਲ ਆਏ। ਨੇਕ ਲੋਕੀ ਉਸ ਵੇਲੇ ਉੱਤਰ ਦੇਣਗੇ, ਕਿਸ ਵੇਲੇ ਪ੍ਰਭੂ ਜੀ? ਅਸੀਂ ਤੁਹਾਨੂੰ ਭੁੱਖਾ ਦੇਖਿਆ ਤੇ ਭੋਜਨ ਦਿੱਤਾ, ਜਾਂ ਧਿਆਇਆ ਦੇਖਿਆ ਤੇ ਤੁਹਾਨੂੰ ਪਾਣੀ ਦਿੱਤਾ। ਕਦੋਂ ਅਸੀਂ ਤੁਹਾਨੂੰ ਪਰਦੇਸੀ ਦੇ ਰੂਪ ਵਿੱਚ ਦੇਖਿਆ ਤੇ ਤੁਹਾਡਾ ਸਵਾਗਤ ਆਪਣੇ ਘਰ ਵਿੱਚ ਕੀਤਾ, ਜਾਂ ਨੰਗਾ ਦੇਖਿਆ ਤੇ ਤੁਹਾਨੂੰ ਕੱਪੜਾ ਦਿੱਤਾ? ਕਦੋਂ ਅਸੀਂ ਤੁਹਾਨੂੰ ਬਿਮਾਰ ਜਾਂ ਕੈਦ ਦੇਖਿਆ ਤੇ ਤੁਹਾਡੀ ਖਬਰ ਲਈ? ਰਾਜਾ ਉਹਨਾਂ ਨੂੰ ਉਸ ਵੇਲੇ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਕਦੀ ਵੀ ਤੁਸੀਂ ਇਹਨਾਂ ਮੇਰੇ ਘਟੀਆ ਤੋਂ ਘਟੀਆ ਭਰਾਵਾਂ ਵਿੱਚੋਂ, ਯਾਨੀ ਕਿ ਤੁੱਛ, ਭਾਵੇਂ ਕੋਈ ਤੁੱਛ ਹੀ ਕਿਉਂ ਨਹੀਂ ਆ, ਭਰਾਵਾਂ ਵਿੱਚੋਂ ਕਿਸੇ ਨਾਲ ਵੀ ਇਹ ਕੀਤਾ ਤਾਂ ਤੁਸੀਂ ਅਸਲ ਵਿੱਚ ਮੇਰੇ ਨਾਲ ਕੀਤਾ ਹੈ। ਹਾਲੇਲੂਇਆ। ਅੱਜ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਲੋਕ ਪਰੇਸ਼ਾਨ ਨੇ। ਅੱਜ ਕਿਵੇਂ ਲੋਕਾਂ ਦੀ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਕੋਲ ਕੋਈ ਕੰਮ ਨਹੀਂ ਆ, ਜਿਨ੍ਹਾਂ ਦੇ ਕੋਲ ਖਾਣ ਦੇ ਵਾਸਤੇ ਰੋਟੀ ਨਹੀਂ ਆ। ਬਹੁਤ ਸਾਰੇ ਲੋਕਾਂ ਨੂੰ ਅੱਜ ਪੈਸੇ ਦੀ ਜ਼ਰੂਰਤ ਆ। ਬਹੁਤ ਸਾਰੇ ਲੋਕ ਨੇ ਅੱਜ ਜਿਹੜੀ ਗਰੀਬੀ ਦੇ ਵਿੱਚ ਨੇ, ਅੱਜ ਦੇ ਇਸ ਸਮੇਂ ਦੇ ਵਿੱਚ, ਇਸ ਟਾਈਮ। ਪ੍ਰਭੂ ਯਿਸੂ ਮਸੀਹ ਕਹਿ ਰਹੇ ਆ ਕਿ ਮੈਂ ਭੁੱਖਾ ਸਾਂ ਤੁਸੀਂ ਮੈਨੂੰ ਭੋਜਨ ਦਿੱਤਾ, ਮੈਂ ਧਿਆਇਆ ਸਾਂ ਤੁਸੀਂ ਮੈਨੂੰ ਪਾਣੀ ਪਿਲਾਇਆ, ਹੈਨਾ। ਔਰ ਉਹ ਲੋਕ ਕਹਿ ਰਹੇ, ਪ੍ਰਭੂ ਕਦੋਂ? ਅਸੀਂ ਤੇ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਕੀਤਾ ਤੁਹਾਡੇ ਨਾਲ, ਤੁਸੀਂ ਇਹ ਕੀ ਕਹਿ ਰਹੇ ਹੋ? ਅਸੀਂ ਤੇ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਕੀਤਾ ਤੁਹਾਡੇ ਨਾਲ। ਤੇ ਪ੍ਰਭੂ ਅੱਗਿਓਂ ਕੀ ਕਹਿ ਰਿਹਾ ਕਿ ਅਗਰ ਤੁਸੀਂ ਕਿਸੇ ਤੁੱਛ ਨੂੰ, ਕਿਸੇ ਗਰੀਬ ਨੂੰ, ਕਿਸੇ ਲਾਚਾਰ ਦੀ ਅਗਰ ਤੁਸੀਂ ਹੈਲਪ ਕਰਦੇ ਹੋ ਤਾਂ ਇਹਦਾ ਮਤਲਬ ਤੁਸੀਂ ਉਹਦੀ ਨਹੀਂ, ਤੁਸੀਂ ਮੇਰੀ ਕੀਤੀ ਆ। ਜੋ ਕੁਝ ਤੁਸੀਂ ਉਹਦੇ ਨਾਲ ਕੀਤਾ ਹੈ, ਤੁਸੀਂ ਕਿਸੇ ਗਰੀਬ ਦੀ ਹੈਲਪ ਕੀਤੀ ਆ, ਤੁਸੀਂ ਗਰੀਬ ਦੀ ਹੈਲਪ ਨਹੀਂ ਕੀਤੀ। ਜੋ ਕੁਝ ਤੁਸੀਂ ਉਹਦੇ ਨਾਲ ਕੀਤਾ ਹੈ, ਮਤਲਬ ਉਹ ਤੁਸੀਂ ਮੇਰੇ ਨਾਲ ਕੀਤਾ ਹੈ। ਮੈਂ ਤੁਹਾਨੂੰ ਉਹਦਾ ਫਲ ਦੇਵਾਂਗਾ। ਪ੍ਰਭੂ ਦੇ ਕਹਿਣ ਦਾ ਮਤਲਬ ਸੀ ਕਿ ਮੈਂ ਤੁਹਾਨੂੰ ਉਹਦਾ ਕੀ ਦੇਵਾਂਗਾ? ਫਲ ਦੇਵਾਂਗਾ। ਔਰ ਉਹਦਾ ਫਲ ਕੀ ਆ? ਕਿ ਹੇ ਮੇਰੇ ਪਿਤਾ ਦੇ ਧਨ ਲੋਕੋ, ਆਓ ਉਸ ਰਾਜ ਨੂੰ ਲੈ ਲਓ ਜਿਹੜਾ ਸ਼ੁਰੂ ਤੋਂ ਹੀ ਤੁਹਾਡੇ ਵਾਸਤੇ ਰੱਖਿਆ ਸੀ। ਜਾਣੀ ਕਿ ਆਜੋ, ਤੁਸੀਂ ਹੁਣ ਇਸ ਰਾਜ ਦੇ ਕੀ ਜੇ? ਅਧਿਕਾਰੀ ਬਣ ਚੁੱਕੇ ਜੀ। ਹਾਲੇਲੂਇਆ। ਔਰ ਅੱਜ ਪਰਮੇਸ਼ਰ ਦਾ ਬਹੁਤ ਧੰਨਵਾਦ ਹੈ ਇਸ ਵਚਨ ਦੇ ਦੁਆਰਾ। ਪਰਮੇਸ਼ਰ ਸੱਚਮੁੱਚ ਤੁਹਾਡੀ ਬੁੱਧ ਨੂੰ ਖੋਲੇ, ਤੁਹਾਨੂੰ ਸਮਝ ਆਇਆ ਇਸ ਦਾ ਵਚਨ ਕਿ ਪ੍ਰਭੂ ਯਿਸੂ ਮਸੀਹ ਨੂੰ ਜਾਣਨਾ ਮਤਲਬ ਉਸ ਦੀਪਕ ਜੀਵਨ ਨੂੰ ਪ੍ਰਾਪਤ ਕਰਨਾ, ਉਸ ਬਹੁਤਾਇਤ ਦੇ ਜੀਵਨ ਨੂੰ ਪ੍ਰਾਪਤ ਕਰਨਾ, ਖੁਸ਼ੀਆਂ ਵਾਲੇ ਜੀਵਨ ਨੂੰ, ਜਿਹਦੀ ਗੱਲ ਯਸ਼ਾਇਆ 11 ਦੀ 2 ਆਇਤ ਦੇ ਵਿੱਚ ਲਿਖਿਆ ਕਿ ਅਸੀਂ ਆਪਣੇ ਪ੍ਰਭੂ ਦੇ ਨਾਲ ਜੀਵਾਂਗੇ, ਆਪਣੇ ਪ੍ਰਭੂ ਦੇ ਨਾਲ ਰਵਾਂਗੇ, ਆਪਣੇ ਪ੍ਰਭੂ ਦੇ ਨਾਲ ਅਸੀਂ ਖੁਸ਼ੀ ਦੇ ਨਾਲ, ਆਨੰਦ ਦੇ ਨਾਲ ਚੱਲਾਂਗੇ, ਫਿਰਾਂਗੇ। ਲੇਕਿਨ ਇਹ ਸਭ ਕੁਝ ਤਦ ਹੀ ਹੋਏਗਾ ਅਗਰ ਅਸੀਂ ਉਸ ਰਾਜ ਦੇ ਵਿੱਚ ਪ੍ਰਵੇਸ਼ ਕਰ ਗਏ ਤਾਂ। ਅਗਰ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਜਦੋਂ ਰਾਜ ਕਰਨਗੇ, ਅਸੀਂ ਉਸ ਰਾਜ ਦੇ ਅਧਿਕਾਰੀ ਬਣ ਗਏ ਤਾਂ। ਔਰ ਹੁਣ ਬਹੁਤ ਜਲਦ, ਜਿਵੇਂ ਅਸੀਂ ਦੇਖਿਆ, ਇਸ ਧਰਤੀ ਤੇ ਤਕਰੀਬਨ ਬਹੁਤ ਸਾਰੀਆਂ ਪ੍ਰੋਫੈਸੀਆਂ ਪੂਰੀਆਂ ਹੋ ਚੁੱਕੀਆਂ ਨੇ, ਬਹੁਤ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਨੇ। ਔਰ ਯਿਸੂ ਮਸੀਹ
ਬਹੁਤ ਜਲਦ ਆਉਣ ਵਾਲੇ ਨੇ ਔਰ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਰਾਜ ਕਰਨਗੇ। स्वर्ग और धरती ਦਾ ਮਾਲਿਕ ਪ੍ਰਭੂ ਯਿਸੂ ਮਸੀਹ ਆ, ਬਾਈਬਲ ਦੱਸਦੀ ਆ। ਔਰ ਉਹ ਝੂਠਾ ਈਸ਼ਵਰ ਜੋ ਇਸ ਸੰਸਾਰ ਦੀ ਬੁੱਧ ਨੂੰ ਬੰਦ ਕਰਕੇ ਬੈਠਾ ਹੈ, ਬਾਈਬਲ ਦੱਸਦੀ, ਉਹ ਖਤਮ ਕਰ ਦਿੱਤਾ ਜਾਏਗਾ। ਉਹਦਾ ਕੋਈ ਕੰਮ ਨਹੀਂ ਰਹੇਗਾ। ਉਸ ਪਾਪ ਨੂੰ ਇਸ ਧਰਤੀ ਤੋਂ ਬਿਲਕੁਲ ਖਤਮ ਕਰ ਦਿੱਤਾ ਜਾਏਗਾ। ਔਰ ਉਹ ਟਾਈਮ ਆਉਣ ਵਾਲਾ ਹੈ ਕਿ ਜਦੋਂ ਪ੍ਰਭੂ ਯਿਸੂ ਮਸੀਹ ਰਾਜ ਕਰਨਗੇ ਔਰ ਅਸੀਂ ਉਹਦੇ ਨਾਲ ਉਸ ਰਾਜ ਦੇ ਅਧਿਕਾਰੀ ਹੋਵਾਂਗੇ ਔਰ ਅਸੀਂ ਖੁਸ਼ੀ ਦੇ ਨਾਲ ਪ੍ਰਭੂ ਦੀ ਬਣਾਈ ਹੋਈ ਹਰ ਚੀਜ਼ ਦਾ ਆਨੰਦ ਉਠਾ ਸਕਾਂਗੇ। ਬਾਈਬਲ ਦੱਸਦੀ ਹੈ, ਜਿਵੇਂ ਤਿਮੋਥੀ 6 ਉਹਦੀ 15 ਦੇ ਵਿੱਚ ਲਿਖਿਆ, ਅਸੀਂ ਪੜਾਂਗੇ ਇਸ ਵਚਨ ਨੂੰ, ਲਿਖਿਆ, ਆਪਣੇ ਪਵਿੱਤਰ ਮਿੱਥੇ ਸਮੇਂ ਤੇ ਪਰਮੇਸ਼ਵਰ ਉਸ ਨੂੰ ਦੁਬਾਰਾ ਪ੍ਰਗਟ ਕਰੇਗਾ। ਜਿਵੇਂ ਪਰਮੇਸ਼ਵਰ ਨੇ ਮਰੀਅਮ ਨੂੰ ਇਸਤੇਮਾਲ ਕੀਤਾ, ਯਿਸੂ ਮਸੀਹ ਨੂੰ ਇਸ ਧਰਤੀ ਤੇ ਭੇਜਿਆ ਔਰ ਬਾਈਬਲ ਦੇ ਅੰਦਰ ਲਿਖਿਆ ਕਿ ਪਰਮੇਸ਼ਵਰ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਆਪਣੇ ਪੁੱਤਰ ਦੇ ਦੁਆਰਾ। ਔਰ ਇਸੇ ਤਰ੍ਹਾਂ ਹੀ ਪਰਮੇਸ਼ਵਰ ਦੇ ਵਚਨ ਦੇ ਅੰਦਰ ਲਿਖਿਆ ਕਿ ਇੱਕ ਪਵਿੱਤਰ ਸਮੇਂ ਤੇ ਦੁਬਾਰਾ ਪਰਮੇਸ਼ਵਰ ਫਿਰ ਪ੍ਰਗਟ ਕਰੇਗਾ। ਪਰਮੇਸ਼ਵਰ ਧਨ ਹੈ, ਉਹੀ ਕੇਵਲ ਇੱਕਮਾਤਰ ਪਰਮੇਸ਼ਵਰ ਹੈ ਜੋ ਸ਼ਕਤੀਮਾਨ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹੀ ਕੇਵਲ ਅਮਰ ਹੈ ਅਤੇ ਉਹ ਅਪਹੁੰਚਣ ਚਾਨਣ ਦਾ ਨਿਵਾਸੀ ਹੈ। ਉਸ ਨੂੰ ਨਾ ਕਦੀ ਕਿਸੇ ਨੇ ਦੇਖਿਆ ਹੈ ਅਤੇ ਨਾ ਹੀ ਕਦੀ ਉਸ ਨੂੰ ਕੋਈ ਦੇਖ ਸਕਦਾ ਹੈ। ਉਸੇ ਦੀ ਵਡਿਆਈ ਅਤੇ ਪ੍ਰਭੂਤਾ ਅਨੰਤ ਕਾਲ ਤੱਕ ਰਹੀ। ਆਮੀਨ। ਲਿਖਿਆ ਕਿ ਉਹ ਪਰਮੇਸ਼ਵਰ ਆਪਣੇ ਪਵਿੱਤਰ ਮਿੱਥੇ ਹੋਏ ਸਮੇਂ ਤੇ ਫਿਰ ਦੁਬਾਰਾ ਪ੍ਰਗਟ ਕਰੇਗਾ ਔਰ ਫਿਰ ਇਸ ਧਰਤੀ ਤੇ ਆਏਗਾ ਔਰ ਉਹ ਰਾਜ ਕਰੇਗਾ। ਕੌਣ ਰਾਜ ਕਰੇਗਾ? ਜੋ ਰਾਜਿਆਂ ਦਾ ਰਾਜਾ ਹੈ, ਜੋ ਪ੍ਰਭੂਆਂ ਦਾ ਪ੍ਰਭੂ ਆ, ਜੋ ਅਮਰ ਆ, ਜੋ ਕਦੀ ਨਹੀਂ ਮਰ ਸਕਦਾ, ਜੋ ਚਾਨਣ ਆ, ਮਤਲਬ ਹਨੇਰੇ ਨਾਮ ਦੀ ਚੀਜ਼ ਹੀ ਨਹੀਂ ਹੈਗੀ ਜਿਹਦੇ ਅੰਦਰ, ਉਹ ਰਾਜ ਕਰੇਗਾ। ਔਰ ਅਸੀਂ ਉਸ ਰਾਜੇ ਦੇ ਕੀ, ਜਿਵੇਂ ਅਸੀਂ ਇਸ ਵਚਨ ਦੇ ਵਿੱਚ ਪੜ੍ਹਦੇ, ਰਾਜਿਆਂ ਦਾ ਰਾਜਾ। ਪ੍ਰਭੂ ਨੇ ਸਾਨੂੰ ਵੀ ਕੀ ਕਿਹਾ ਹੈ ਕਿ ਅਗਰ ਤੁਸੀਂ ਉਸ ਰਾਜ ਦੇ ਵਿੱਚ ਪ੍ਰਵੇਸ਼ ਕਰ ਗਏ, ਅਗਰ ਤੁਸੀਂ ਉਸ ਰਾਜ ਦੇ ਵਿੱਚ ਤੁਸੀਂ ਐਂਟਰ ਕਰ ਗਏ ਤੇ ਤੁਸੀਂ ਰਾਜਿਆਂ ਦੇ ਰਾਜਾ ਹੋਵੋਗੇ। ਮੈਂ ਤੁਹਾਡਾ ਰਾਜਾ ਹੋਵਾਂਗਾ, ਤੁਸੀਂ ਮੇਰੇ ਲਈ ਰਾਜੀ ਹੋਵੋਗੇ। ਮੈਂ ਤੁਹਾਡਾ ਪ੍ਰਭੂ ਹੋਵਾਂਗਾ, ਤੁਸੀਂ ਮੇਰੇ ਲਈ ਪ੍ਰਭੂ ਹੋਵੋਗੇ। ਮੈਂ ਅਮਰ ਹਾਂ, ਜਿਵੇਂ ਲਿਖਿਆ, ਉਹੀ ਕੇਵਲ ਅਮਰ ਹੈ, ਤੁਸੀਂ ਵੀ ਅਮਰ ਹੋਵੋਗੇ। ਮੈਂ ਕਦੀ ਨਹੀਂ ਮਰਾਂਗਾ ਔਰ ਤੁਸੀਂ ਵੀ ਕਦੀ ਨਹੀਂ ਮਰੋਗੇ। ਲਿਖਿਆ ਉਹ ਚਾਨਣ ਹੈ ਤਾਂ ਅਸੀਂ ਵੀ ਚਾਨਣ ਦੇ ਨਿਵਾਸੀ ਹੋਵਾਂਗੇ। ਉਹਦੇ ਵਿੱਚ ਹਨੇਰੇ ਨਾਮ ਦੀ ਕੋਈ ਚੀਜ਼ ਨਹੀਂ ਆ ਔਰ ਕੋਈ ਵੀ ਹਨੇਰਾ ਸਾਡੀ ਲਾਈਫ ਤੇ ਵੀ ਐਂਟਰੀ ਨਹੀਂ ਕਰ ਸਕੇਗਾ। ਅਸੀਂ ਉਸ ਚਾਨਣ ਦੇ ਨਾਲ ਰਵਾਂਗੇ, ਉਸ ਰਾਜੇ ਦੇ ਨਾਲ ਰਵਾਂਗੇ। ਹਾਲੇਲੂਇਆ। ਔਰ ਇਸੇ ਲਈ ਪ੍ਰਭੂ ਯਿਸੂ ਮਸੀਹ ਨੂੰ ਪਤਾ ਸੀ ਕਿ ਅਗਰ ਮੇਰਾ ਰਾਜ ਆਏਗਾ ਇਸ ਧਰਤੀ ਤੇ ਤਾਂ ਤਦ ਹੀ ਮੇਰੇ ਲੋਕ ਉਸ ਖੁਸ਼ੀ ਦੇ ਨਾਲ ਰਹਿ ਪਾਉਣਗੇ। ਅੱਜ ਹਰ ਕੋਈ ਚਾਹੁੰਦਾ ਹੈ ਕਿ ਮੇਰੇ ਜੀਵਨ 'ਚ ਦੁੱਖ ਨਾ ਆਉਣ, ਮੇਰੇ ਜੀਵਨ 'ਚ ਕੋਈ ਹਾਲਾਤ ਨਾ ਆਏ, ਬਿਮਾਰੀ ਨਾ ਆਏ, ਗਰੀਬੀ ਨਾ ਆਏ। ਲੇਕਿਨ ਇਹ ਜੀਵਨ ਜਿਹੜਾ ਅਸੀਂ ਜੀ ਰਹੇ ਹਾਂ ਅੱਜ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚਲਦਿਆਂ ਬਹੁਤ ਸਾਰੇ ਹਾਲਾਤਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਲਈ ਬਾਈਬਲ ਦੇ ਅੰਦਰ ਲਿਖਿਆ, ਅਗਰ ਤੁਸੀਂ ਸਹਿ ਗਏ ਹੋ, ਅਗਰ ਤੁਸੀਂ ਪ੍ਰੀਖਿਆ ਦੇ ਵਿੱਚ ਵੀ ਖੜੇ ਰਹਿੰਦੇ ਹੋ, ਪ੍ਰਭੂ ਦਾ ਇਨਕਾਰ ਨਹੀਂ ਕਰਦੇ ਹੋ, ਤਾਂ ਉਹ ਵੀ ਤੁਹਾਡਾ ਇਨਕਾਰ ਨਹੀਂ ਕਰੇਗਾ, ਤੁਹਾਨੂੰ ਆਪਣੇ ਰਾਜ ਦੇ ਅਧਿਕਾਰੀ ਬਣਾਏਗਾ ਉਹ ਪਰਮੇਸ਼ਵਰ। ਅੱਜ ਸਮਾਂ ਹੈ ਸਾਨੂੰ ਵਿਰੋਧ ਸਹਿਣਾ ਪੈ ਸਕਦਾ ਹੈ। ਅੱਜ ਸਮਾਂ ਹੈ ਸਾਨੂੰ ਇਹਨਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਗਰੀਬੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਹੁਤ ਸਾਰੇ ਦੁੱਖਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਪਰਮੇਸ਼ਵਰ ਦੇ ਬਹੁਤ ਸਾਰੇ ਦਾਸਾਂ ਨੇ ਕੀਤਾ। ਔਰ ਇੱਕ ਸਮਾਂ ਐਸਾ ਆਉਣ ਵਾਲਾ ਹੈ ਕਿ ਅਗਰ ਅਸੀਂ ਇਹਨਾਂ ਦੁੱਖਾਂ 'ਚ, ਪਰੇਸ਼ਾਨੀਆਂ ਦੇ ਵਿੱਚ ਖੜੇ ਰਹਿੰਦੇ ਹਾਂ, ਪ੍ਰਭੂ ਦਾ ਇਨਕਾਰ ਨਹੀਂ ਕਰਦੇ ਅੱਜ ਅਸੀਂ, ਤਾਂ ਇੱਕ ਸਮਾਂ ਐਸਾ ਆਉਣ ਵਾਲਾ ਹੈ ਕਿ ਪ੍ਰਭੂ ਕਹਿ ਰਿਹਾ ਹੈ ਕਿ ਤੁਸੀਂ ਮੇਰੇ ਰਾਜ ਦੇ ਕੀ ਹੋਗੇ? ਅਧਿਕਾਰੀ ਹੋਗੇ। ਮੈਂ ਤੁਹਾਨੂੰ ਆਵਾਜ਼ ਮਾਰ ਕੇ ਬੁਲਾਵਾਂਗਾ ਕਿ ਹੇ ਮੇਰੇ ਪਿਤਾ ਦੇ ਧਨ ਲੋਕੋ। ਸਾਨੂੰ ਧਨ ਕਹੇਗਾ ਪਰਮੇਸ਼ਵਰ। ਅਸੀਂ ਉਹਦੇ ਧਨ ਲੋਕ ਹੋਵਾਂਗੇ, ਆਸ਼ੀਸ਼ਿਤ ਲੋਕ ਹੋਵਾਂਗੇ।
ਬਲੈਸਡ ਪਰਸਨ ਹੋਵਾਂਗੇ ਅਸੀਂ। ਔਰ ਪ੍ਰਭੂ ਯਿਸੂ ਮਸੀਹ ਸਾਨੂੰ ਆਵਾਜ਼ ਮਾਰ ਕੇ ਆਪਣੇ ਰਾਜ ਦੇ ਅਧਿਕਾਰੀ ਬਣਾਉਣਗੇ। ਔਰ ਐਸੇ ਲਈ ਪ੍ਰਭੂ ਦੇ ਰਾਜ ਦੇ ਬਾਰੇ ਚ ਲੋਕਾਂ ਨੂੰ ਦੱਸੋ ਕਿ ਇਹੀ ਜੀਵਨ ਨਹੀਂ ਆ, ਇਹੀ ਜੀਵਨ ਨਹੀਂ ਆ। ਇਸ ਜੀਵਨ ਤੋਂ ਬਾਅਦ ਜੋ ਜੀਵਨ ਆ ਉਹ ਅਸਲੀ ਜੀਵਨ ਆ। ਇਹ ਜੀਵਨ ਨਹੀਂ ਆ, ਅਸਲੀ ਜੀਵਨ ਆ। ਇਸ ਜੀਵਨ ਤੋਂ ਬਾਅਦ ਵੀ ਇੱਕ ਅਸਲੀ ਜੀਵਨ ਆ। ਦੱਸੋ, ਜਿਹੜੇ ਲੋਕ ਤੁਹਾਡੇ ਦੁਆਰਾ ਪ੍ਰਭੂ ਨੂੰ ਗ੍ਰਹਿਣ ਕਰ ਚੁੱਕੇ ਨੇ ਉਹਨਾਂ ਦੀ ਹੈਲਪ ਕਰੋ। ਇਹਨਾਂ ਦਿਨਾਂ ਦੇ ਵਿੱਚ ਜੋ ਲੋਕ ਚਰਚ ਨਹੀਂ ਆ ਸਕਦੇ ਉਹਨਾਂ ਦੇ ਨਾਲ ਪ੍ਰਭੂ ਦੀ ਗੱਲ ਕਰੋ। ਜੋ ਤੁਸੀਂ ਸਿੱਖਿਆ ਉਹਨਾਂ ਨੂੰ ਸਿਖਾਓ। ਬਾਈਬਲ ਦੇ ਅੰਦਰ ਲਿਖਿਆ ਹੈ ਪਰਮੇਸ਼ਵਰ ਦੇ ਨਾਲ ਜੋੜੋ। ਇੱਕ ਭੁੱਲੇ ਭਟਕੇ ਨੂੰ, ਇੱਕ ਪਾਪੀ ਨੂੰ ਫਿਰ ਵਾਪਸ ਪ੍ਰਭੂ ਦੇ ਘਰੇ ਮੋੜ ਕੇ ਲੈ ਕੇ ਆਉਣ ਦਾ ਬਹੁਤ ਵੱਡਾ ਫਲ ਆ। ਟੁੱਟੇ ਹੋਇਆਂ ਨੂੰ ਤੋੜੋ ਨਾ, ਉਹਨਾਂ ਨੂੰ ਪ੍ਰਭੂ ਦੇ ਨਾਲ ਜੋੜੋ, ਤਾਂ ਕਿ ਤੁਸੀਂ ਪ੍ਰਭੂ ਦੇ ਰਾਜ ਦੇ ਅਧਿਕਾਰੀ ਬਣ ਸਕੋ। ਤਾਂ ਕਿ ਜਦੋਂ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਰਾਜ ਕਰਨ ਔਰ ਤੁਸੀਂ ਵੀ ਦੇਖ ਸਕੋ, ਤੁਸੀਂ ਵੀ ਉਸ ਰਾਜ ਦਾ ਆਨੰਦ ਉਠਾ ਸਕੋ, ਉਸ ਖੁਸ਼ੀਆਂ ਨੂੰ ਦੇਖ ਸਕੋ। ਔਰ ਤੁਹਾਡੀ ਮਿਹਨਤ ਜੋ ਮਸੀਹ ਦੇ ਵਿੱਚ ਕੀਤੀ ਤੁਸੀਂ ਉਹ ਵਿਅਰਥ ਨਾ ਜਾਏ। ਅੱਜ ਮੈਂ ਪ੍ਰਾਰਥਨਾ ਕਰਦੀ ਹਾਂ ਬਹੁਤ ਸਾਰੇ ਲੋਕਾਂ ਦੀ ਅਗਰ ਤੁਸੀਂ ਹੈਲਪ ਕਰਦੇ ਹੋ, ਅੱਜ ਜਿਵੇਂ ਬਾਈਬਲ ਦੇ ਅੰਦਰ ਲਿਖਿਆ ਪ੍ਰਭੂ ਨੇ ਕਿਹਾ ਜੋ ਤੁਸੀਂ ਉਹਨਾਂ ਦੇ ਨਾਲ ਕਰਦੇ ਹੋ, ਗਰੀਬ ਦੀ ਹੈਲਪ ਕਰਦੇ ਹੋ, ਤੁਸੀਂ ਉਹਦੀ ਨਹੀਂ ਕਰਦੇ ਹੋ, ਮੇਰੀ ਕਰਦੇ ਹੋ, ਮੈਂ ਤੁਹਾਨੂੰ ਫਲ ਦੇਵਾਂਗਾ। ਅਗਰ ਅੱਜ ਤੁਸੀਂ ਕਿਸੇ ਦੀ ਹੈਲਪ ਕੀਤੀ, ਉਹ ਬੰਦਾ ਤੁਹਾਨੂੰ ਭੁੱਲ ਚੁੱਕਿਆ ਹੈ, ਉਹਨੂੰ ਨਹੀਂ ਯਾਦ ਕਿ ਤੁਸੀਂ ਉਹਦੇ ਲਈ ਕੀ ਕੀਤਾ ਹੈ, ਮਤ ਸੋਚੋ ਕਿ ਤੁਸੀਂ ਉਹਦੇ ਲਈ ਕੀਤਾ ਹੈ। ਉਹਦਾ ਫਲ ਤੁਹਾਨੂੰ ਪਰਮੇਸ਼ਵਰ ਦੇ ਕੋਲੋਂ ਮਿਲੇਗਾ ਯਿਸੂ ਮਸੀਹ ਦੇ ਨਾਮ 'ਚ। ਔਰ ਅੱਜ ਇਹਨਾਂ ਵਚਨਾਂ ਨੂੰ ਅਸੀਂ ਆਪਣੇ ਅੰਦਰ ਰੱਖਾਂਗੇ। ਯਿਸੂ ਮਸੀਹ ਅਸਲੀ ਰਾਜਾ ਹੈ ਔਰ ਅਸੀਂ ਉਹਦੇ ਰਾਜ ਦੇ ਅਧਿਕਾਰੀ ਬਣਨ ਦੇ ਲਈ ਚੁਣੇ ਗਏ ਹਾਂ। ਅਸੀਂ ਗਿਰਾਂਗੇ ਨਹੀਂ। ਜਿਵੇਂ ਬਹੁਤ ਸਾਰੇ ਰਾਜਿਆਂ ਨੂੰ ਪ੍ਰਭੂ ਨੇ ਚੁਣਿਆ ਆਪਣੇ ਲੋਕਾਂ ਦੀ ਅਗਵਾਈ ਕਰਨ ਵਾਸਤੇ, ਅੱਜ ਪਰਮੇਸ਼ਵਰ ਨੇ ਸਾਨੂੰ ਵੀ ਚੁਣਿਆ ਹੈ ਕਿ ਅਸੀਂ ਪਰਮੇਸ਼ਵਰ ਦੇ ਲੋਕਾਂ ਦੀ ਅਗਵਾਈ ਕਰ ਸਕੀਏ, ਤਾਂ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਪ੍ਰਭੂ ਦੇ ਰਾਜ ਦੇ ਵਿੱਚ ਪ੍ਰਵੇਸ਼ ਕਰਵਾ ਸਕੀਏ ਔਰ ਖੁਦ ਵੀ ਕਰ ਸਕੀਏ। ਇਸ ਕਰਕੇ ਅੱਜ ਤੋਂ ਅਸੀਂ ਤੌਬਾ ਕਰਾਂਗੇ, ਆਪਣੀਆਂ ਗਲਤੀਆਂ ਨੂੰ ਅਸੀਂ ਮੰਨਾਂਗੇ, ਆਪਣੇ ਪਾਪਾਂ ਨੂੰ ਮੰਨਾਂਗੇ ਇੱਕ ਦੂਸਰੇ ਦੇ ਸਾਹਮਣੇ, ਪ੍ਰਭੂ ਦੇ ਸਾਹਮਣੇ, ਤਾਂ ਕਿ ਉਹਦਾ ਨਾਮ ਪਵਿੱਤਰ ਮੰਨਿਆ ਜਾਵੇ। ਅਸੀਂ ਪ੍ਰਾਰਥਨਾ ਕਰਾਂਗੇ ਉਹਦਾ ਰਾਜ ਆਵੇ, ਉਹਦੀ ਮਰਜ਼ੀ ਪੂਰੀ ਹੋਵੇ ਸਾਡੇ ਘਰਾਂ ਦੇ ਵਿੱਚ, ਸਾਡੇ ਜੀਵਨਾਂ ਦੇ ਵਿੱਚ। ਅਗਰ ਤੁਸੀਂ ਕਹਿੰਦੇ ਹੋ ਪ੍ਰਭੂ ਤੁਹਾਡੀ ਮਰਜ਼ੀ ਮੇਰੇ ਜੀਵਨ 'ਚ ਪੂਰੀ ਹੋਵੇ, ਤਾਂ ਸੋਚੋ ਇੱਕ ਪਰਮੇਸ਼ਵਰ ਤੁਹਾਨੂੰ ਆਪਣੀ ਮਰਜ਼ੀ ਦੇ ਨਾਲ ਚਲਾਏਗਾ ਤਾਂ ਤੁਸੀਂ ਕਿਸ ਤਰ੍ਹਾਂ ਚੱਲੋਗੇ, ਕਿਸ ਤਰ੍ਹਾਂ ਦਾ ਜੀਵਨ ਹੋਏਗਾ ਤੁਹਾਡਾ। ਇਸੇ ਲਈ ਅੱਜ ਤੋਂ ਅਸੀਂ ਇਸ ਪ੍ਰਾਰਥਨਾ ਨੂੰ ਖਾਲੀ ਕਰਾਂਗੇ ਨਹੀਂ, ਅਸੀਂ ਇਹਨੂੰ ਸਮਝਾਂਗੇ ਵੀ ਔਰ ਅਸੀਂ ਧਿਆਨ ਦੇ ਨਾਲ ਅੱਜ ਤੋਂ ਚੱਲਾਂਗੇ, ਤਾਂ ਕਿ ਅਸੀਂ ਪ੍ਰਭੂ ਦੇ ਰਾਜ ਦੇ ਵਿੱਚ ਪ੍ਰਵੇਸ਼ ਕਰ ਸਕੀਏ, ਜਿਹਦੇ ਲਈ ਖਾਸ ਅਸੀਂ ਬੁਲਾਏ ਗਏ ਹਾਂ। ਬਾਈਬਲ ਦੱਸਦੀ ਸ਼ੁਰੂ ਤੋਂ ਹੀ ਜਿਹੜਾ ਰਾਜ ਤੁਹਾਡੇ ਲਈ ਰੱਖਿਆ ਹੋਇਆ ਸੀ, ਜਿਹਦੇ ਵਾਸਤੇ ਤੁਹਾਨੂੰ ਬੁਲਾਇਆ ਗਿਆ ਸੀ, ਤਾਂ ਕਿ ਤੁਸੀਂ ਉਹਨੂੰ ਦੇਖ ਸਕੋ। ਅਸੀਂ ਉਸ ਦੀਪਕ ਜੀਵਨ ਤੋਂ ਬਾਅਦ ਉਸ ਸਦਾ ਦੇ ਜੀਵਨ ਨੂੰ ਗ੍ਰਹਿਣ ਕਰਕੇ ਉਸ ਰਾਜ ਦੇ ਵਿੱਚ ਪ੍ਰਵੇਸ਼ ਕਰ ਜਾਈਏ ਔਰ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਲ ਰਹੀਏ। ਬਹੁਤ ਖੁਸ਼ ਆ ਔਰ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ। ਪ੍ਰਭੂ ਤੁਹਾਨੂੰ ਸਮਝ ਦੇ ਅੱਜ ਦੇ ਵਚਨ ਨੂੰ ਸਮਝਣ ਦੀ। ਅੱਜ ਦਾ ਵਚਨ ਤੁਹਾਡੇ ਜੀਵਨਾਂ ਨੂੰ ਚੇਂਜ ਕਰੇ। ਮੈਂ ਤੁਹਾਨੂੰ ਬਲੈਸ ਕਰਦੀ ਹਾਂ ਪਰਮੇਸ਼ਵਰ ਦੀ ਦਾਸੀ ਹੋਣ ਦੇ ਨਾਤੇ। ਪਰਮੇਸ਼ਵਰ ਦਾ ਆਤਮਾ ਤੁਹਾਨੂੰ ਛੂਏ ਅੱਜ ਦੇ ਵਚਨਾਂ ਦੇ ਦੁਆਰਾ। ਤੁਹਾਡੀ ਹਰ ਕਮੀ ਘਟੀ ਨੂੰ ਪੂਰਾ ਕਰੇ ਮੇਰਾ ਪਰਮੇਸ਼ਵਰ। ਤੁਹਾਨੂੰ ਆਪਣੇ ਨਾਲ ਚੱਲਣਾ ਸਿਖਾਏ ਮੇਰਾ ਪਰਮੇਸ਼ਵਰ। ਪ੍ਰੀਖਿਆ ਦੇ ਵਿੱਚ ਖੜੇ ਰਹਿਣਾ ਸਿਖਾਏ, ਹਾਲਾਤਾਂ ਦੇ ਵਿੱਚ ਖੜੇ ਰਹਿਣਾ ਸਿਖਾਏ। ਮਹਾਨ ਪਰਮੇਸ਼ਵਰ ਤੁਹਾਨੂੰ ਹਰ ਇੱਕ ਪ੍ਰੀਖਿਆ ਤੋਂ ਬਾਹਰ ਕੱਢੇ। ਤੁਹਾਡੇ ਸਹਿਣ ਤੋਂ ਜ਼ਿਆਦਾ ਪਰਮੇਸ਼ਵਰ ਕਹਿੰਦੇ ਮੈਂ ਤੁਹਾਡੇ ਉੱਤੇ ਕੋਈ ਪ੍ਰੀਖਿਆ ਨਹੀਂ ਆਉਣ ਦੇਵਾਂਗਾ। ਜਿੰਨਾ ਤੁਸੀਂ ਸਹਿ ਸਕਦੇ ਹੋ, ਜੋ ਚੀਜ਼ ਤੁਸੀਂ ਸਹਿ ਨਹੀਂ ਸਕਦੇ ਹੋ, ਪਰਮੇਸ਼ਵਰ ਕਹਿੰਦੇ ਉਹਨੂੰ ਮੈਂ ਤੁਹਾਡੇ ਉੱਤੇ ਆਉਣ ਵੀ ਨਹੀਂ ਦੇਵਾਂਗਾ। ਇਸ ਲਈ ਖੜੇ ਰਹੋ। ਇਹ ਬਹੁਤ ਵੱਡਾ ਵਚਨ ਹੈ ਤੁਹਾਡੇ ਵਾਸਤੇ ਕਿ ਜਿਸ ਚੀਜ਼ ਨੂੰ ਤੁਸੀਂ ਸਹਿ ਨਹੀਂ ਸਕਦੇ ਹੋ, ਪਰਮੇਸ਼ਵਰ ਕਹਿੰਦੇ ਉਹਨੂੰ ਮੈਂ ਤੇਰੇ ਤੇ ਆਉਣ ਹੀ ਨਹੀਂ ਦੇਵਾਂਗਾ। ਔਰ ਪਰਮੇਸ਼ਵਰ ਦਾ ਬਹੁਤ ਧੰਨਵਾਦ ਹੈ ਇਸ ਵਚਨ ਦੇ ਵਾਸਤੇ ਕਿ ਜਿਹੜੀ ਚੀਜ਼ ਅਸੀਂ ਸਹਿ ਨਹੀਂ ਸਕਦੇ ਉਹਨੂੰ ਪਰਮੇਸ਼ਵਰ ਸਾਡੇ ਉੱਤੇ ਆਉਣ ਹੀ ਨਹੀਂ ਦੇਣਗੇ। ਇਸ ਲਈ ਪਰਮੇਸ਼ਵਰ ਸਾਡੇ ਨਾਲ ਆ, ਪ੍ਰੀਖਿਆ 'ਚ ਵੀ ਸਾਡੇ ਨਾਲ ਆ। ਖੜੇ ਰਹੋ,
शैतान ਦੀਆਂ ਜੁਗਤੀਆਂ ਤੋਂ ਅਣਜਾਣ ਨਾ ਰਹੋ। ਅਗਰ ਤੁਸੀਂ ਛੁਡਾਏ ਗਏ ਹੋ, ਸ਼ੈਤਾਨ ਨਹੀਂ ਚਾਹੁੰਦਾ ਕਿ ਤੁਸੀਂ ਛੁਡਾਏ ਜਾਓ, ਆਜ਼ਾਦ ਹੋ, ਫ੍ਰੀ ਹੋ, ਪਰਮੇਸ਼ਰ ਦੇ ਰਾਜ 'ਚ ਪ੍ਰਵੇਸ਼ ਕਰੋ। ਉਹ ਨਹੀਂ ਚਾਹੁੰਦਾ ਕਿ ਕੋਈ ਇਨਸਾਨ ਸਵਰਗ ਜਾਏ, ਕਿਉਂਕਿ ਉਹ ਖੁਦ ਇੱਕ ਨਰਕ ਦਾ ਅਧਿਕਾਰੀ। ਉਹ ਚਾਹੁੰਦਾ ਹੈ ਕਿ ਪਰਮੇਸ਼ਰ ਦੇ ਲੋਕ ਵੀ ਨਰਕ 'ਚ ਹੀ ਜਾਣ। ਇਸ ਲਈ ਅੱਜ ਤੋਂ ਅਸੀਂ ਆਪਣੇ ਦੁਸ਼ਮਣਾਂ ਨੂੰ ਮਾਫ ਕਰਾਂਗੇ, ਆਪਣੇ ਵਿਰੋਧੀਆਂ ਦੇ ਲਈ ਪ੍ਰਾਰਥਨਾ ਕਰਾਂਗੇ, ਅਸੀਂ ਤੌਬਾ ਕਰਾਂਗੇ, ਗਰੀਬਾਂ ਦੀ ਹੈਲਪ ਕਰਾਂਗੇ, ਤਾਂ ਕਿ ਪਰਮੇਸ਼ਰ ਦੇ ਰਾਜ ਦੇ ਵਿੱਚ ਅਸੀਂ ਪ੍ਰਵੇਸ਼ ਕਰ ਸਕੀਏ। ਕਿਉਂ ਕਰਾਂਗੇ? ਤਾਂ ਕਿ ਅਸੀਂ ਪਰਮੇਸ਼ਰ ਦੇ ਰਾਜ ਦੇ ਵਿੱਚ ਪ੍ਰਵੇਸ਼ ਕਰ ਸਕੀਏ। ਇਸ ਲਈ ਤੋਂ ਪਰਮੇਸ਼ਰ ਅੱਜ ਦੇ ਵਚਨ ਦੇ ਦੁਆਰਾ ਤੁਹਾਨੂੰ ਬਲੈਸ ਕਰੇ, ਤੁਹਾਡੇ ਜੀਵਨ ਨੂੰ ਚੇਂਜ ਕਰੇ ਪਰਮੇਸ਼ਰ ਦਾ ਵਚਨ। ਯਿਸੂ ਮਸੀਹ ਦੇ ਸਾਮਰਥੀ ਨਾਮ 'ਚ ਪ੍ਰਭੂ ਮੈਂ ਪ੍ਰਾਰਥਨਾ ਕਰਦੀ, ਹਰ ਇੱਕ ਸੁਣਨ ਵਾਲੇ ਨੂੰ ਮੈਂ ਤੁਹਾਡੇ ਪਵਿੱਤਰ ਲਹੂ 'ਚ ਕਵਰ ਕਰ ਦਿੰਦੀ ਹਾਂ। ਪ੍ਰਭੂਆਂ ਦਾ ਪ੍ਰਭੂ, ਰਾਜਿਆਂ ਦਾ ਰਾਜਾ ਹੈ ਪ੍ਰਭੂ। ਸੱਚਮੁੱਚ ਤੁਸੀਂ ਇੰਨੇ ਵੱਡੇ ਅਧਿਕਾਰ ਸਾਨੂੰ ਦਿੱਤੇ ਆ ਪ੍ਰਭੂ। ਤੁਹਾਡੇ ਵੱਲੋਂ ਦਿੱਤੀਆਂ ਹੋਈਆਂ ਪਦਵੀਆਂ ਨੂੰ ਅਸੀਂ ਖੋ ਨਾ ਸਕੀਏ ਮੇਰੇ ਸਾਮਰਥੀ ਪਿਤਾ। ਅਸੀਂ ਉਸ ਜੀਵਨ 'ਚ ਪ੍ਰਵੇਸ਼ ਕਰ ਸਕੀਏ ਪ੍ਰਭੂ ਯਿਸੂ ਮਸੀਹ। ਅਸੀਂ ਉਸ ਜੀਵਨ ਨੂੰ ਗ੍ਰਹਿਣ ਕਰ ਸਕੀਏ ਜੋ ਤੁਸੀਂ ਸਾਡੇ ਲਈ ਰੱਖਿਆ ਹੈ। ਯਿਸੂ ਮਸੀਹ ਦੇ ਸਾਮਰਥੀ ਨਾਮ 'ਚ ਹਰ ਸੁਣਨ ਵਾਲੇ ਨੂੰ ਮੈਂ ਇਸੇ ਵੇਲੇ ਪਵਿੱਤਰ ਲਹੂ 'ਚ ਕਵਰ ਕਰ ਦਿੰਦੀ ਹਾਂ, ਔਰ ਹਰ ਦੁਸ਼ਟ ਆਤਮਾ ਨੂੰ ਮੈਂ ਹੁਕਮ ਦਿੰਦੀ ਹਾਂ ਯਿਸੂ ਮਸੀਹ ਦੇ ਨਾਮ 'ਚ, ਇਹਨਾਂ ਦੀਆਂ ਬੋਡੀਆਂ ਘਰਾਣਿਆਂ ਨੂੰ ਛੱਡ ਕੇ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਯਿਸੂ ਦੇ ਸਾਮਰਥੀ ਨਾਮ ਦੇ ਵਿੱਚ ਫ੍ਰੀ ਹੋ ਜਾਓ। ਇਸੇ ਵੇਲੇ ਮੈਂ ਇਹਨਾਂ ਨੂੰ ਫ੍ਰੀ ਕਰਦੀ ਹਾਂ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਮਹਾਨ ਪਿਤਾ ਪਰਮੇਸ਼ਵਰ, ਜਿੰਨੇ ਵੀ ਲੋਕਾਂ ਨੇ ਤੁਹਾਨੂੰ ਆਪਣਾ ਉद्धार ਕਰਤਾ ਗ੍ਰਹਿਣ ਕੀਤਾ ਹੈ, ਤੁਹਾਡਾ ਵਚਨ ਕਹਿੰਦਾ ਹੈ ਪ੍ਰਭੂ ਜੀ, ਜਿਵੇਂ ਤੁਸੀਂ ਪਤਰਸ ਨੂੰ ਕਿਹਾ ਸੀ, ਪਤਰਸ ਦੀ ਗੱਲ ਤੇਰੇ ਉੱਤੇ ਕਿਸੇ ਲਹੂ ਮਾਸ ਨੇ ਪ੍ਰਗਟ ਨਹੀਂ ਕੀਤੀ, ਪਰਮੇਸ਼ਵਰ ਨੇ ਪ੍ਰਗਟ ਕੀਤੀ ਆ। ਪ੍ਰਭੂ ਜੀ, ਜਿੰਨੇ ਵੀ ਲੋਕਾਂ ਨੇ ਤੁਹਾਨੂੰ ਗ੍ਰਹਿਣ ਕੀਤਾ ਹੈ, ਇਹ ਗੱਲ ਕਿਸੇ ਲਹੂ ਮਾਸ ਨੇ ਨਹੀਂ, ਤੁਸੀਂ ਖੁਦ ਸਾਡੇ ਉੱਤੇ ਪ੍ਰਗਟ ਕੀਤਾ ਹੈ। ਔਰ ਮੈਂ ਵਿਸ਼ਵਾਸ ਕਰਦੀ ਹਾਂ ਉਸੇ ਅਧਿਕਾਰ ਨੂੰ ਇਸਤੇਮਾਲ ਕਰਦੀ ਹਾਂ ਜੋ ਪਤਰਸ ਨੂੰ ਮਿਲਿਆ ਸੀ, ਔਰ ਸੇਮ ਉਹੀ ਅਧਿਕਾਰ ਤੁਸੀਂ ਸਾਨੂੰ ਦਿੱਤਾ ਹੈ। ਹਰ ਅੰਧਕਾਰ ਦੀ ਸ਼ਕਤੀ ਜੋ ਇਹਨਾਂ ਦੇ ਜੀਵਨਾਂ ਦੇ ਅੰਦਰ ਕੰਮ ਕਰਦੀ, ਉਹਦੀ ਸ਼ਕਤੀ ਨੂੰ ਮੈਂ ਬੰਦ ਦਿੰਦੀ ਹਾਂ ਯਿਸੂ ਮਸੀਹ ਦੇ ਨਾਮ 'ਚ। ਅੱਜ ਤੋਂ ਬਾਅਦ ਕੰਮ ਨਾ ਕਰ ਸਕੀ ਇਹਨਾਂ ਦੀ ਲਾਈਫ 'ਚ। ਯਿਸੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਸਭ ਬਲੈਸ ਨੇ। ਤੁਹਾਡੇ ਪਵਿੱਤਰ ਲਹੂ ਦੀ ਸਾਮਰਥ ਇਹਨਾਂ ਨੂੰ ਛੁਡਾਏ ਪ੍ਰਭੂ ਜੀ। ਸ਼ੈਤਾਨ ਦੀ ਸਾਰੀ ਸਾਮਰਥ ਇਹਨਾਂ ਦੀ ਲਾਈਫ ਤੋਂ ਟੁੱਟੇ ਯਿਸੂ ਮਸੀਹ ਦੇ ਨਾਮ 'ਚ। ਯਿਸੂ ਮਸੀਹ ਦੇ ਪਵਿੱਤਰ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ।